ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਰਸਨਾ ਪਵਿੱਤਰ ਕਰੋ, ਉਚਾਰਨ ਕਰੋ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਸਿਮਲ ਰੁਖ ਸਰਾਇਰਾ, ਅਤ ਧੀਰਗ ਅਤ ਮੁੱਚ। ਓਏ ਜੇ ਆਵਹਿ ਆਸ ਕਰ, ਜਾਹੇ ਨਿਰਾਸਿਹ ਕਿਤ। ਗੁਰੂ ਸਵਾਰੀ ਸੰਗਤ ਜੀ, ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਜ਼ੀਮ ਰਚਨਾ ਸ਼੍ਰੀ ਆਸਾ ਜੀ ਦੀ ਵਾਰ, ਉਸ ਦਾ 14ਵਾਂ ਸਲੋਕ ਹੈ। 14ਵੀਂ ਇਹ ਪੌੜੀ ਹੈ, ਜਿਸ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੋ ਜੋ ਸਲੋਕ ਹਨ ਉਹ ਉਚਾਰਨ ਕੀਤੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਹਨ ਕਿ ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੰਸਾਰ ਦੇ ਵਿੱਚ ਜਿਤਨੇ ਵੀ ਜੀਵ ਹਨ ਉਹ ਰੋਗ ਤੋਂ ਗ੍ਰਸੇ ਹਨ। ਇਕੱਲੇ ਮਨੁੱਖ ਹੀ ਨਹੀਂ, ਜੀਵ ਜੰਤੂ ਵੀ ਸਾਰੇ ਦੇ ਸਾਰੇ ਹੀ ਮਾਨਸਿਕ ਰੂਪ ਦੇ ਵਿੱਚ ਮਨ ਕਰਕੇ, ਵਿਚਾਰਾਂ ਕਰਕੇ ਰੋਗਾਂ ਤੋਂ ਪੀੜਤ ਹਨ। ਤੇ ਜਿਹੜਾ ਮਨੁੱਖ ਹੈ, ਮਨੁੱਖ ਜਾਤੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਹਉਮੈ ਰੋਗ ਮਨ ਕੋ ਦੀਨਾ। ਜਿਹੜਾ ਹਉਮੈ ਦਾ ਵੱਡਾ ਰੋਗ ਹੈ ਨਾ, ਇਹ ਮਨੁੱਖ ਨੂੰ ਲੱਗਾ ਹੋਇਆ ਹੈ। ਹਰੇਕ ਦੇ ਇੱਥੇ ਅੰਦਰ ਰੋਗ ਲੱਗੇ ਹੋਏ। ਮਨੁੱਖ ਦੇ ਅੰਦਰ ਮੈਂ ਬੜੀ ਪ੍ਰਬਲ ਹੈ। ਮੈਂ ਹਾਂ ਤੇ ਮੈਂ ਹੀ ਹਾਂ। ਹੋਰ ਤੂੰ ਕੀ ਹੈ ਜਾਂ ਦੂਸਰਾ ਜੋ ਹੈ ਉਸ ਨੂੰ ਮਨੁੱਖ ਅਸੀਂ ਸਾਰੇ ਵੇਖਣਾ ਨਹੀਂ ਚਾਹੁੰਦੇ ਹਾਂ। ਮੈਂ ਹੋਵਾਂ ਤੇ ਮੈਂ ਹੀ ਸੰਸਾਰ ਦੇ ਵਿੱਚ ਹੋਵਾਂ। ਹੁਕਮ ਵੀ ਮੇਰਾ ਚੱਲਦਾ ਹੋਵੇ, ਪਦਾਰਥ ਵੀ ਮੇਰੇ ਕੋਲ ਹੋਵਨ, ਹਰੇਕ ਜੋ ਵਸਤੂ ਹੈ ਉਹ ਵੀ ਮੇਰੇ ਕੋਲ ਹੋਵੇ, ਸਮੁੱਚਾ ਜਗਤ ਮੇਰੇ ਹੁਕਮ ਦੇ ਅਧੀਨ ਹੋਵੇ। ਇੱਥੋਂ ਤੱਕ ਕਿ ਅਸੀਂ ਕਹਿ ਜਾਂਦੇ ਹਾਂ ਕਿ ਸੰਸਾਰ ਦੇ ਵਿੱਚ ਪੱਤਾ ਵੀ ਮੈਥੋਂ ਪੁੱਛੇ ਤੋਂ ਬਿਨਾਂ ਨਾ ਹਿਲਦਾ ਹੋਵੇ। ਇੰਨਾ ਹੰਕਾਰ ਹੈ ਜਾਂ ਹਉਮੈ ਹੈ, ਤੇ ਵੱਡਾ ਰੋਗ ਮਨੁੱਖ ਨੂੰ, ਸਾਨੂੰ ਸਾਰਿਆਂ ਨੂੰ ਲੱਗਾ ਹੋਇਆ ਹੈ। ਤੇ ਇਸ ਹੰਕਾਰ ਦੇ ਸੰਬੰਧ ਦੇ ਵਿੱਚ ਵਿਦਵਾਨਾਂ ਨੇ ਸਮਝਾਇਆ ਹੈ ਕਿ ਮਨੁੱਖ ਦੀ ਬਿਰਤੀ ਇਸ ਪ੍ਰਕਾਰ ਦੀ ਹੈ ਕਿ ਜਿਵੇਂ ਇੱਕ ਪੰਛੀ ਹੈ ਨਾ, ਟਟਿਊਲੀ, ਵੱਖ-ਵੱਖ ਨਾਵਾਂ ਦੇ ਨਾਲ ਉਸ ਨੂੰ ਸੱਦਿਆ ਜਾਂਦਾ ਹੈ ਵੱਖ-ਵੱਖ ਇਲਾਕਿਆਂ ਦੇ ਵਿੱਚ। ਤੇ ਆਖਦੇ ਹਨ ਕਿ ਜਦੋਂ ਉਹ ਪੰਛੀ ਰਾਤ ਨੂੰ ਸੌਂਦਾ ਨਾ, ਤੇ ਉਹ ਆਪਣੇ ਪੈਰ ਜਿਹੜੇ ਹਨ ਉਹ ਅਸਮਾਨ ਵਾਲੇ ਪਾਸੇ ਨੂੰ ਕਰਕੇ ਸੌਂਦਾ ਹੈ। ਤਾਂ ਉਸਦੇ ਮਨ ਦੇ ਵਿੱਚ ਕੀ ਵਿਚਾਰ ਹੈ, ਕੀ ਇੱਕ ਭਰਮ ਪਿਆ ਹੋਇਆ ਕਿ ਰਾਤ ਜਦੋਂ ਜਗਤ ਸੌਂ ਜਾਂਦਾ, ਸੰਸਾਰ ਸੌਂ ਜਾਂਦਾ, ਅਗਰ ਕਿਤੇ ਅਸਮਾਨ ਡਿੱਗ ਪਿਆ ਨਾ, ਤੇ ਮੈਂ ਆਪਣੇ ਪੈਰਾਂ ਦੇ ਉੱਪਰ ਉਸ ਅਸਮਾਨ ਨੂੰ ਰੋਕ ਲਵਾਂਗਾ ਤੇ ਜਗਤ ਨੂੰ ਬਚਾ ਲਵਾਂਗਾ। ਏਡਾ ਵੱਡਾ ਭਰਮ, ਇੰਨਾ ਵੱਡਾ ਹੰਕਾਰ ਉਸ ਪੰਛੀ ਦੇ ਅੰਦਰ। ਤੇ ਅਸੀਂ ਵੀ ਬਿਲਕੁਲ ਇਸੇ ਹੀ ਪ੍ਰਕਾਰ ਦੇ ਹਾਂ, ਕੋਈ ਅਤ ਕਥਨੀ ਨਹੀਂ। ਬੜਾ ਹੰਕਾਰ ਹੈ ਜੀ ਆਪਣੇ ਆਪ ਦੇ ਉੱਪਰ, ਪਰਿਵਾਰ ਦੇ ਉੱਪਰ, ਪਰਿਵਾਰ ਨਾਲੋਂ ਵੀ ਆਪਣੇ ਆਪ ਦੇ ਉੱਪਰ ਵਧੇਰੇ ਆਪਣੇ ਸਰੀਰ ਦੇ ਉੱਪਰ ਹੈ ਜੀ। ਤਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਸ ਹੰਕਾਰ ਨੂੰ ਦਰਸਾਉਂਦਿਆਂ ਹੋਇਆਂ ਮਨੁੱਖ ਦੇ ਅੰਦਰ ਜੋ ਹੈ ਇੱਕ ਰੁੱਖ ਦੀ ਉਦਾਹਰਨ ਜੋ ਹੈ ਉਹ ਸਾਡੇ ਨਾਲ ਸਾਂਝੀ ਕੀਤੀ ਹੈ। ਰੁੱਖ ਵੀ ਹੰਕਾਰ ਹੈ ਉਸ ਦੇ ਅੰਦਰ। ਭਾਵ ਬੜਾ ਉੱਚਾ, ਲੰਮਾ, ਚੌੜਾ ਦਰਖਤ ਹੈ। ਫਲ ਉਸਦੇ ਬੜੀ ਦੂਰ ਜਾ ਕੇ ਲੱਗਦੇ, ਪੱਤੇ ਵੀ ਉਸ ਨੂੰ ਲੱਗਦੇ ਹਨ, ਫੁੱਲ ਵੀ ਲੱਗਦੇ ਹਨ। ਹੰਕਾਰੀ ਮਨੁੱਖ ਦਾ ਵੀ ਜੀਵਨ ਇਸੇ ਪ੍ਰਕਾਰ ਦਾ। ਪਰਿਵਾਰ ਵੀ ਹੈ, ਵਸਤੂਆਂ ਵੀ ਹਨ, ਪਦਾਰਥ ਵੀ ਹਨ, ਔਲਾਦ ਵੀ ਹੈ, ਪਰ ਕੰਮ ਕੋਈ ਵੀ ਨਹੀਂ ਆ ਰਹੇ ਜੀ। ਹੰਕਾਰੀ ਮਨੁੱਖ ਦੇ ਕੋਲ ਮੰਨ ਲਓ ਪਦਾਰਥ ਹੈ ਨਾ, ਤੇ ਜ਼ਰੂਰੀ ਨਹੀਂ ਕਿ ਉਹ ਕਿਸੇ ਲੋੜਵੰਦ ਦੀ ਮਦਦ ਕਰ ਦੇਵੇਗਾ, ਆਪ ਅੱਗੇ ਆ ਕੇ ਕਿਸੇ ਦੀ ਮਦਦ ਕਰੇਗਾ। ਕਿਉਂਕਿ ਮਦਦ ਕਰਨ ਵਾਸਤੇ ਅੰਦਰ ਦਇਆ ਭਾਵਨਾ ਹੋਣੀ ਚਾਹੀਦੀ ਹੈ, ਅੰਦਰ ਨਿਮਰਤਾ ਹੋਣੀ ਚਾਹੀਦੀ। ਤੇ ਹੰਕਾਰੀ ਦੇ ਅੰਦਰ ਇਹ ਨਹੀਂ ਗੁਣ ਹੋਵਣਗੇ। ਕਿਉਂਕਿ ਅਗਰ ਨਿਮਰਤਾ ਹੈ ਅੰਦਰ, ਦਇਆ ਭਾਵਨਾ ਹੈ, ਤੇ ਫਿਰ ਹੰਕਾਰ ਨਹੀਂ ਆਵੇਗਾ। ਹੰਕਾਰ ਆਇਆ ਹੀ ਇਸ ਦਇਆ ਤੋਂ ਵਿਹੂਣੇ ਹੋਣ ਕਰਕੇ, ਨਿਮਰਤਾ ਤੋਂ ਵਿਹੂਣੇ ਹੋਣ ਕਰਕੇ। ਤਾਂ ਹੁਣ ਦੂਸਰੇ ਦੀ ਮਦਦ ਨਹੀਂ ਹੋ ਸਕਦੀ।
ਤੇ ਫਿਰ ਜਿਹੜੀ ਔਲਾਦ ਹੈ, ਜਿਹੜੇ ਪਰਿਵਾਰਕ ਮੈਂਬਰ ਹਨ, ਫਿਰ ਉਸੇ ਹੀ ਨਕਸ਼ੇ ਕਦਮਾਂ ਤੇ ਚੱਲਦੇ ਹੋਵਣਗੇ ਤੇ ਉਹ ਵੀ ਫਿਰ ਕਿਸੇ ਦੇ ਕੰਮ ਨਹੀਂ ਆਵਣਗੇ, ਕਿਸੇ ਦੀ ਮਦਦ ਨਹੀਂ ਕਰਦੇ ਹੋਵਣਗੇ। ਪੀੜ੍ਹੀ ਦਰ ਪੀੜ੍ਹੀ ਸਮੁੱਚਾ ਪਰਿਵਾਰ ਇਸੇ ਹੀ ਹੰਕਾਰ ਦੇ ਵਿੱਚ ਹੀ ਵਿਚਰਦਾ ਤੇ ਸਮਾਜ ਦੇ ਨਾਲੋਂ ਬੜਾ ਅਲੱਗ ਜਿਹੜਾ ਜੀਵਨ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾ ਦਿੱਤਾ ਕਿ ਹੇ ਮਨੁੱਖ, ਵੇਖ ਕਿ ਵੱਡੇ ਹੋਣ ਦਾ ਕਦੇ ਮਾਣ ਨਾ ਕਰੀ, ਕਿਉਂਕਿ ਜਿਹੜਾ ਵੱਡਾ ਹੋ ਗਿਆ ਨਾ, ਉਹ ਫਿਰ ਸਮਾਜ ਦੇ ਨਾਲੋਂ ਟੁੱਟ ਵੀ ਜਾਵੇਗਾ। ਆਮ ਅਸੀਂ ਸਾਰਿਆਂ ਨੇ ਗੱਲ ਸੋਸ਼ਲ ਮੀਡੀਆ ਦੇ ਉੱਪਰ ਜ਼ਰੂਰ ਪੜ੍ਹੀ ਹੋਵੇਗੀ, ਸੁਣੀ ਹੋਵੇਗੀ ਕਿ ਮਨੁੱਖ ਦਾ ਹੰਕਾਰ ਵੱਧ ਜਾਵੇ ਤੇ ਮਨੁੱਖ ਦਾ ਪੇਟ ਵੱਧ ਜਾਵੇ, ਦੋਨੋਂ ਹੀ ਦੂਸਰੇ ਨੂੰ ਗਲੇ ਲਾਉਣ ਦੇ ਵਿੱਚ ਮੁਸ਼ਕਲ ਪੈਦਾ ਕਰਦੇ ਹਨ। ਹੰਕਾਰੀ ਮਨੁੱਖ ਵੀ ਕਿਸੇ ਨੂੰ ਗੱਲ ਨਹੀਂ ਲਾ ਸਕਦਾ ਤੇ ਵਧੇ ਹੋਏ ਪੇਟ ਵਾਲਾ ਵੀ ਨਹੀਂ ਲਾ ਸਕਦਾ, ਕਿਉਂਕਿ ਅਫਰੇਵਾ ਹੈ ਨਾ ਬਹੁਤ ਜ਼ਿਆਦਾ, ਵਾਧੂ ਹੈ, ਲੋੜ ਤੋਂ ਜ਼ਿਆਦਾ ਹੈ, ਤਾਂ ਉਹ ਫਿਰ ਹੰਕਾਰ ਹੈ। ਸਤਿਗੁਰੂ ਜੀ ਨੇ ਇੱਕ ਸਿੰਬਲ ਦੇ ਰੁੱਖ ਦੀ ਉਦਾਹਰਨ ਸਾਡੇ ਨਾਲ ਸਾਂਝੀ ਕੀਤੀ। ਆਮ ਧਾਰਨਾ ਪੜ੍ਹੀਆਂ ਜਾਂਦੀਆਂ ਸੀ ਪਹਿਲਾਂ, ਜਦੋਂ ਪ੍ਰਭਾਤ ਫੇਰੀਆਂ ਦੇ ਵਿੱਚ ਜਾਇਆ ਜਾਂਦਾ ਸੀ, ਬੇਸ਼ੱਕ ਉਸ ਨੂੰ ਕੱਚੀ ਬਾਣੀ ਕਿਹਾ ਜਾਂਦਾ ਸੀ, ਤਾਂ ਉੱਥੇ ਇੱਕ ਧਾਰਨਾ ਪੜ੍ਹੀ ਜਾਂਦੀ ਹੁੰਦੀ ਸੀ ਕਿ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਵੱਡਾ ਹੋ ਕੇ ਮਾਣ ਨਾ ਕਰੀ, ਤੇ ਜਾਂ ਫਿਰ ਕਿਹਾ ਜਾਂਦਾ ਸੀ ਸਿੰਬਲਾ ਤੂੰ ਮਾਣ ਨਾ ਕਰੀ। ਨੀਵੇਂ ਫਲ ਰੁੱਖ ਹੋਵਣਗੇ, ਨਿਮਰਤਾ ਦੇ ਸਹਿਤ ਹੋਵਣਗੇ ਤੇ ਉਹ ਫਲਾਂ ਦੇ ਨਾਲ ਭਰਪੂਰ ਹੋਵਣਗੇ। ਉੱਚੇ ਵੱਡੇ ਦਰਖਤ ਨੂੰ ਲੋੜੀਂਦਾ ਸੁਚੱਜਾ ਫਲ ਨਹੀਂ ਲੱਗਦਾ, ਤੇ ਇਸੇ ਕਰਕੇ ਅਸੀਂ ਝੁਕਦੇ ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਵੀ ਨਿਮਰਤਾ ਸਹਿਤ, ਤਾਂ ਕਿ ਕੁਝ ਪ੍ਰਾਪਤ ਕੀਤਾ ਜਾਵੇ। ਤੇ ਪ੍ਰਾਪਤ ਕਰਨ ਵਾਸਤੇ ਝੁਕਣਾ ਪਵੇਗਾ। ਜੇਕਰ ਜਿੱਤ ਵੀ ਮਨੁੱਖ ਨੇ ਪ੍ਰਾਪਤ ਕੀਤੀ ਹੈ ਨਾ, ਤੇ ਅਗਰ ਗਲ ਦੇ ਵਿੱਚ ਹਾਰ ਪਾਉਣੇ ਹਨ ਤੇ ਸਿਰ ਉੱਥੇ ਵੀ ਝੁਕਾਉਣਾ ਪਵੇਗਾ। ਬਿਨਾਂ ਝੁਕਿਆਂ ਤੇ ਪਾਣੀ ਵੀ ਨਹੀਂ ਪੀਤਾ ਜਾ ਸਕਦਾ, ਤੇ ਬਿਨਾਂ ਸਿਰ ਝੁਕਾਇਆ ਬੁਰਕੀ ਵੀ ਮੂੰਹ ਦੇ ਵਿੱਚ ਨਹੀਂ ਪਵੇਗੀ। ਉਹ ਸੁਚੱਜਾ ਢੰਗ ਨਹੀਂ ਹੋਵੇਗਾ ਭੋਜਨ ਪ੍ਰਾਪਤ ਕਰਨ ਦਾ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ, ਸਿਮਲ ਰੁੱਖ ਸਰਾਇਰਾ ਅਤ ਧੀਰਗ ਅਤ ਮੁੱਚ, ਕਿ ਵੇਖ ਮਨੁੱਖ ਸਿੰਬਲ ਦਾ ਰੁੱਖ ਕਿੱਡਾ ਵੱਡਾ ਹੈ, ਬੜਾ ਉਹ ਸਿੱਧਾ ਹੈ, ਲੰਬਾ ਮੋਟਾ ਤਾਜ਼ਾ, ਬੜਾ ਹੀ ਵਿਸ਼ਾਲ ਦਰਖਤ ਹੈ, ਬੜੀ ਉਸ ਦੀ ਲੰਬਾਈ ਵੀ ਵਧੇਰੇ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਹਨ ਕਿ ਇੰਨਾ ਵਿਸ਼ਾਲ ਦਰਖਤ, ਉਸ ਨੂੰ ਫੁੱਲ ਵੀ ਲੱਗਦੇ ਹਨ, ਫਲ ਵੀ ਲੱਗਦੇ, ਪੱਤੇ ਵੀ, ਪਰ ਹੋਇਆ ਕਿ ਜੇ ਕਿ ਓਏ ਜੇ ਆਵੇ ਆਸ ਕਰ, ਜਾਹੇ ਨਿਰਾਸੇ ਕਿਤ। ਪੰਛੀ ਇੰਨੇ ਵਿਸ਼ਾਲ ਦਰਖਤ ਨੂੰ ਵੇਖ ਕਰ ਆਸ ਕਰਕੇ ਆਉਂਦੇ ਹਨ ਕਿ ਏਡਾ ਵੱਡਾ ਤੇ ਏਡਾ ਵਿਸ਼ਾਲ ਦਰਖਤ ਹੈ, ਇਥੋਂ ਜ਼ਰੂਰ ਸਾਨੂੰ ਲੋੜੀਂਦੇ ਜਿਹੜੇ ਪਦਾਰਥ ਹਨ ਉਹ ਫਲ ਪ੍ਰਾਪਤ ਹੋਵਣਗੇ। ਫਲ ਵੀ ਪ੍ਰਾਪਤ ਹੋ ਸਕਦਾ, ਫੁੱਲ ਵੀ ਪ੍ਰਾਪਤ ਹੋਵਣਗੇ। ਛਾਂ ਵਾਸਤੇ ਇਹਦੇ ਪੱਤੇ, ਆਲਣਾ ਬਣਾਉਣ ਵਾਸਤੇ ਇਸ ਦੀਆਂ ਟਹਿਣੀਆਂ ਕੰਮ ਆ ਸਕਦੀਆਂ, ਪਰ ਫਿਰ ਵੀ ਸਤਿਗੁਰੂ ਜੀ ਆਖਦੇ ਹਨ ਕਿ ਜਾਏ ਨਿਰਾਸੇ ਕਿਤ, ਕਿਉਂ ਉਹ ਨਿਰਾਸ਼ ਹੋ ਕੇ ਵਾਪਸ ਮੁੜ ਜਾਂਦੇ ਹਨ, ਆਸ ਕਰਕੇ ਤਾਂ ਆ ਰਹੇ ਹਨ। ਮਨੁੱਖ ਵੀ ਇਸੇ ਪ੍ਰਕਾਰ ਦੂਸਰੇ ਦੇ ਕੋਲ ਆਉਂਦਾ ਹੈ ਕਿਸੇ ਆਸ ਕਰਕੇ, ਮਨ ਦੇ ਵਿੱਚ ਕੁਝ ਭਾਵਨਾ ਲੈ ਕੇ, ਪਰ ਜੇਕਰ ਉਸ ਨੂੰ ਨਿਰਾਸ਼ਾ ਪਰਤਣਾ ਪਵੇ ਤੇ ਫਿਰ ਉਹ ਕਾਰਨ ਹੋ ਸਕਦਾ। ਤੇ ਸਤਿਗੁਰੂ ਜੀ ਨੇ ਵੀ ਇੱਥੇ ਸਮਝਾਇਆ ਹੈ ਕਿ ਵੇਖੋ, ਪੰਛੀ ਬਹੁਤ ਹੀ ਆਸ ਕਰਕੇ ਕੁਝ ਖਾਣ ਦੀ ਪ੍ਰਾਪਤੀ ਵਾਸਤੇ ਆਉਂਦੇ ਹਨ, ਪਰ ਕਿਉਂ ਨਿਰਾਸ਼ ਹੋ ਕੇ ਮੁੜ ਜਾਂਦੇ। ਫਲ ਫਿੱਕੇ, ਫੁੱਲ ਬੱਕ ਬੱਕੇ, ਕੰਮ ਨ ਆਵਹਿ ਪਤ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਉਸ ਦਾ ਕਾਰਨ ਇਹ ਵਾਪਸ ਜਾਣ ਦਾ, ਜਿਹੜੇ ਪੰਛੀ ਨਿਰਾਸ਼ ਹੋ ਕੇ ਮੁੜਦੇ ਨਾ, ਰੁੱਖ ਭਾਵੇਂ ਏਡਾ ਵੱਡਾ ਇੰਨਾ ਵਿਸ਼ਾਲ ਹੈ ਨਾ, ਪਰ ਫਿਰ ਵੀ ਇਸ ਦੇ ਜਿਹੜੇ ਫਲ ਹਨ ਉਹ ਬੜੇ ਫਿੱਕੇ ਹੁੰਦੇ ਹਨ, ਤੇ ਜਿਹੜੇ ਫੁੱਲ ਹਨ ਉਹ ਵੀ ਬੇਸਵਾਦੇ ਬੱਕ ਬੱਕੇ ਜੇ ਹੁੰਦੇ ਹਨ। ਖੁਸ਼ਬੂ ਵੀ ਇਹਨਾਂ ਦੇ ਵਿੱਚ ਨਹੀਂ ਹੁੰਦੀ। ਰੰਗ ਬੜਾ ਸੋਹਣਾ ਲੱਗਦਾ ਫੁੱਲਾਂ ਦਾ ਵੇਖਣ ਨੂੰ। ਸਿੰਬਲ ਦਾ ਰੁੱਖ ਕਿਤੇ ਦਿਖਾਈ ਦੇਵੇ ਨਾ, ਜ਼ਰੂਰ ਵੇਖਿਓ, ਸ਼ਕਲੋ ਸੂਰਤ ਉਸ ਦੀ ਬੜੀ ਸੋਹਣੀ ਹੋਵੇਗੀ, ਉਸ ਦੇ ਫੁੱਲਾਂ ਦਾ ਰੰਗ ਬੜਾ ਸੋਹਣਾ ਹੋਵੇਗਾ, ਪੱਤੇ ਉਸ ਦੇ ਵੇਖਣ ਨੂੰ ਬੜੇ ਚੰਗੇ ਲੱਗਦੇ ਹੋਣਗੇ,
ਟਹਿਣੀਆਂ ਬੜੀਆਂ ਅਲੱਗ ਰੂਪ ਦੇ ਵਿੱਚ, ਤਣਾ ਬੜਾ ਅਲੱਗ ਰੂਪ ਦੇ ਵਿੱਚ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਫਲ ਫਿੱਕੇ, ਫੁੱਲ ਬੱਕ ਬੱਕੇ। ਇਸ ਦੇ ਜਿਹੜੇ ਫਲ ਹਨ ਉਹ ਬੜੇ ਫਿੱਕੇ ਹਨ, ਸਵਾਦ ਹੀ ਕੋਈ ਨਹੀਂ, ਤੇ ਫੁੱਲ ਇਸ ਦੇ ਬੱਕ ਬੱਕੇ ਹਨ, ਸਵਾਦ ਤੋਂ ਵੀ ਹੂਣੇ ਹਨ। ਤੇ ਸਤਿਗੁਰੂ ਜੀ ਆਖਦੇ ਹਨ ਕਿ ਕੰਮ ਨ ਆਵਹਿ ਪੱਤ, ਇਸ ਦੇ ਪੱਤੇ ਵੀ ਕੰਮ ਨਹੀਂ ਆਉਂਦੇ ਹਨ। ਟਹਿਣੀਆਂ ਇਸ ਦੀਆਂ ਤਿਲਕਣੀਆਂ ਹੁੰਦੀਆਂ, ਵੱਖ ਦੂਜੇ ਰੁੱਖਾਂ ਦੇ ਨਿਆਈ ਟਹਿਣੀਆਂ ਦਾ ਸੁਮੇਲ ਨਹੀਂ, ਤਾਂ ਉਹਨਾਂ ਦੇ ਉੱਪਰ ਆਲਣਾ ਵੀ ਨਹੀਂ ਪੈ ਸਕਦਾ ਹੈ, ਕਿਉਂਕਿ ਆਲਣਾ ਪਾਉਣ ਵਾਸਤੇ 2-4 ਟਹਿਣੀਆਂ ਦਾ ਸੁਮੇਲ ਹੋਣਾ ਬੜਾ ਜ਼ਰੂਰੀ, ਨਜ਼ਦੀਕ ਹੋਵਣਗੇ ਤਾਂ ਫਿਰ ਉਹਨਾਂ ਦੇ ਉੱਪਰ ਦੂਜੀਆਂ ਸੁੱਕੀਆਂ ਟਹਿਣੀਆਂ ਰੁਕਣਗੀਆਂ ਤੇ ਆਲਣਾ ਪੰਛੀ ਦਾ ਪੈ ਸਕਦਾ ਜੀ। ਪੱਤੇ ਵੀ ਇਸ ਦੇ ਕੰਮ ਨਹੀਂ ਆਉਂਦੇ, ਕਿਉਂਕਿ ਉਹ ਵੀ ਸੁਚੱਜੀ ਛਾਂ ਨਹੀਂ ਦਿੰਦੇ, ਵਿਰਲੇ ਵਿਰਲੇ ਇਸ ਨੂੰ ਪੱਤੇ ਲੱਗੇ ਹੁੰਦੇ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਮਨੁੱਖ ਨੂੰ ਆਖਿਆ ਕਿ ਵੇਖ ਮਨੁੱਖ, ਕਿਤੇ ਵੱਡਾ ਹੋ ਕੇ ਕੋਈ ਮਾਣ ਨਾ ਕਰ ਜਾਵੀਂ, ਕਿਉਂਕਿ ਅਗਰ ਹੰਕਾਰ ਆ ਗਿਆ ਨਾ ਮੈਂ ਬੜਾ ਵੱਡਾ ਹਾਂ, ਤੇ ਫਿਰ ਸਿੰਬਲ ਦੇ ਰੁੱਖ ਦਾ ਖਿਆਲ ਕਰੀ, ਫਿਰ ਜ਼ਰੂਰ ਵੇਖੀ ਉਸ ਦਾ ਜੀਵਨ ਕਿ ਕੀ ਉਸ ਦਾ ਜੀਵਨ ਕਿਤੇ ਕੰਮ ਆ ਰਿਹਾ ਹੈ, ਕਿਸੇ ਵਾਸਤੇ ਉਹ ਮਦਦਗਾਰ ਹੋ ਰਿਹਾ ਹੈ। ਅਗਰ ਮਾਲਕ ਨੇ ਪਦਾਰਥ ਬਖਸ਼ਿਸ਼ ਕੀਤੇ ਹਨ ਤੇ ਇੱਕ ਬੜਾ ਹੀ ਸੁਚੱਜਾ ਕਾਰਜ ਹੈ ਕਿ ਗੁਰੂ ਦੀ ਕਿਰਪਾ ਦੇ ਪਾਤਰ ਬਣਦਿਆਂ ਹੋਇਆਂ ਫਿਰ ਜਿਹੜੀ ਮਾਲਕ ਦੀ ਬਖਸ਼ਿਸ਼ ਹੈ ਨਾ, ਉਸ ਨੂੰ ਵੰਡ ਛਕਣ ਦਾ ਸਿਧਾਂਤ ਵੀ ਜੀਵਨ ਦੇ ਵਿੱਚ ਅਪਣਾਇਆ ਜਾਵੇ। ਮਾਲਕ ਦੀ ਉਹ ਕਿਰਪਾ ਦੇ ਪਾਤਰ ਗੁਰਮੁਖ ਪਿਆਰੇ ਹੁੰਦੇ ਹਨ, ਜੀਵ ਹੁੰਦੇ ਹਨ, ਜਿਹੜੇ ਮਾਲਕ ਦੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਨੂੰ ਅਗਾਂਹ ਹੋਰਨਾਂ ਨੂੰ, ਲੋੜਵੰਦਾਂ ਨੂੰ ਵੰਡਦੇ ਹਨ। ਤੇ ਜੇਕਰ ਕਾਰੂ ਬਾਦਸ਼ਾਹ ਦੀ ਨਿਆਈ ਇਕੱਲਾ ਕਬਜ਼ਾ ਕਰਕੇ ਹੀ ਬੈਠਾ ਜਾਵੇ ਤਾਂ ਫਿਰ ਉਸ ਦਾ ਲਾਭ ਕੋਈ ਨਹੀਂ ਹੋਵੇਗਾ ਕਿਸੇ ਨੂੰ ਵੀ। ਤਾਂ ਸਤਿਗੁਰੂ ਜੀ ਨੇ ਸਿੰਮਲ ਦੇ ਰੁੱਖ ਦੀ ਉਦਾਹਰਨ ਸਾਡੇ ਨਾਲ ਸਾਂਝੀ ਕੀਤੀ ਕਿ ਵੇਖੋ ਉਸ ਦੇ ਅੰਦਰ ਹੰਕਾਰ ਨਾ ਕਿ ਮੈਂ ਬੜਾ ਵੱਡਾ ਹਾਂ, ਵੇਖੋ ਮੇਰਾ ਆਕਾਰ ਕਿੱਡਾ ਅਲੱਗ ਰੂਪ ਦੇ ਵਿੱਚ ਵਿਸ਼ਾਲ ਆਕਾਰ, ਪਰ ਗੁਣ ਕੋਈ ਵੀ ਨਹੀਂ ਜੀ। ਨਾ ਉਸ ਦੇ ਫੁੱਲ ਕੰਮ ਆ ਰਹੇ, ਨਾ ਫਲ ਕੰਮ ਆ ਰਹੇ, ਨਾ ਉਸ ਦੇ ਪੱਤੇ ਕੰਮ ਆ ਰਹੇ। ਹਰੇਕ ਜਿਹੜਾ ਪੰਛੀ ਉਸ ਦੇ ਕੋਲ ਕੋਈ ਆਸ ਰੱਖ ਕੇ ਆਇਆ ਪਰ ਨਿਰਾਸ਼ਾ ਮੁਰ ਗਿਆ, ਕਿਉਂਕਿ ਕੋਈ ਵੀ ਵਿੱਚ ਗੁਣ ਨਹੀਂ ਸੀ ਕਿ ਕਿਸੇ ਨੂੰ ਕੋਈ ਧਰਵਾਸ ਪ੍ਰਾਪਤ ਹੋ ਜਾਵੇ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਭਾਈ ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ। ਜਿਹੜੀ ਮਿਠਾਸ ਹੈ ਨਾ ਉਹ ਨੀਵੇਂ ਰਹਿਣ ਦੇ ਵਿੱਚ ਹੈ, ਨਿਮਰਤਾ ਦੇ ਵਿੱਚ ਹੈ। ਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਨੀਵੇਂ ਰਹਿਣਾ ਸਾਰੇ ਗੁਣਾਂ ਦੀ ਸਾਰ ਹੈ, ਭਾਵ ਸਭ ਤੋਂ ਚੰਗਾ ਕਾਰਜ ਹੈ। ਨਿਮਰਤਾ ਦੇ ਵਿੱਚ ਹੋਣਾ, ਸਾਦਗੀ ਦੇ ਵਿੱਚ ਹੋਣਾ, ਹੰਕਾਰ ਤੋਂ ਰਹਿਤ ਹੋਣਾ। ਸਤਿਗੁਰੂ ਜੀ ਨੇ ਹੰਕਾਰ ਦੇ ਸੰਬੰਧ ਦੇ ਵਿੱਚ ਸਮਝਾ ਦਿੱਤਾ ਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਾ ਇਕ ਠਾਏ। ਜਿੱਥੇ ਹਉਮੈ ਹੈ ਨਾ ਹੰਕਾਰ ਹੈ, ਉੱਥੇ ਨਾਮ ਨਹੀਂ ਆ ਸਕਦਾ, ਤੇ ਜਿੱਥੇ ਮਾਲਕ ਦਾ ਨਾਮ ਹੈ ਉੱਥੇ ਫਿਰ ਕਦੇ ਵੀ ਹੰਕਾਰ ਨਹੀਂ ਆਵੇਗਾ। ਕਿਉਂਕਿ ਸ਼ਬਦ ਮਾਨ ਤੇ ਨਾਮ ਦੋਨੋਂ ਇੱਕ ਦੂਜੇ ਤੋਂ ਉਲਟ ਹਨ। ਸਪੈਲਿੰਗ ਉਹੋ ਹੀ, ਸ਼ਬਦ ਉਹੋ ਹੀ, ਜੋੜ ਦੋਹਾਂ ਹੀ ਅੱਖਰਾਂ ਦਾ ਉਹੋ ਹੀ, ਵਿਚਕਾਰ ਮਾਤਰਾ ਲੱਗਦੀ ਪਈ, ਪਰ ਦੋਵਾਂ ਦੇ ਅਰਥ ਬੜੇ ਅਲੱਗ ਹੋਵਣਗੇ। ਨਾਮ ਦੇ ਵਿੱਚ ਨੰਨਾ ਤੇ ਮਮਾ ਕੰਨਾਂ ਵਿਚਕਾਰ, ਤੇ ਮਾਨ ਦੇ ਵਿੱਚ ਵੀ ਮਮਾ ਤੇ ਨੰਨਾ ਤੇ ਕੰਨਾਂ ਵਿਚਕਾਰ ਹੈ। ਭਾਵ ਨਾਮ ਜਿੱਥੇ ਉੱਥੇ ਮਾਨ ਨਹੀਂ, ਜਿੱਥੇ ਮਾਨ ਹੈ ਉੱਥੇ ਨਾਮ ਨਹੀਂ। ਤੇ ਸਤਿਗੁਰੂ ਜੀ ਨੇ ਸਮਝਾਇਆ ਹੈ, ਬਖਸ਼ਿਸ਼ ਕੀਤੀ ਹੈ, ਹਰ ਜੂ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ। ਮਾਲਕ ਵਾਹਿਗੁਰੂ ਜੀ ਦੇ, ਪਰਮਾਤਮਾ ਜੀ ਦੇ ਦਰ ਦੇ ਉੱਪਰ ਹੰਕਾਰ ਨਹੀਂ, ਪ੍ਰਵਾਨ ਉਸ ਨੂੰ ਭਾਉਂਦਾ ਨਹੀਂ। ਜਿਤਨੇ ਵੀ ਇਹ ਧਾਰਮਿਕ ਗ੍ਰੰਥਾਂ ਨੇ ਉੱਚੀ ਉੱਚੀ ਕੂਕ ਕੂਕ ਕੇ ਇਸ ਗੱਲ ਦਾ ਜ਼ਿਕਰ ਕਰਦੇ ਹਨ। ਤਾਂ ਜਿਹੜੀ ਮਿਠਾਸ ਹੈ ਨਾ, ਮਿੱਠਾਪਨ ਹੈ, ਇਹ ਨਿਰਮਾਨਤਾ ਦੇ ਵਿੱਚ, ਨੀਵੇਂ ਹੋਣ ਦੇ ਵਿੱਚ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਕਿ ਭਾਈ ਇਹ ਸਾਰੇ ਗੁਣਾਂ ਦਾ ਸਾਰ ਹੈ। ਅੱਜ ਅਸੀਂ ਵੇਖਦੇ ਹਾਂ ਮਨੁੱਖ ਦੇ ਸ਼ਬਦਾਂ ਦੇ ਵਿੱਚ ਤਾਂ ਮਿਠਾਸ ਸ਼ਾਇਦ ਆ ਗਈ ਹੋਵੇ। ਅਕਸਰ ਅਸੀਂ ਕਹਿੰਦੇ ਹਾਂ ਸਾਰੇ ਹੀ ਕਿ ਕੌਣ ਬੋਲਦਾ ਜੀ, ਮੈਂ ਤੁਹਾਡਾ ਦਾਸ ਹਾਂ,
ਪਰ ਉਹ ਦਾਸ ਸ਼ਬਦ ਦੇ ਵਿੱਚ ਵੀ ਬੜਾ ਵੱਡਾ ਹੰਕਾਰ ਹੈ। ਦਾਸ ਹੋਣਾ ਕੋਈ ਸੌਖਾ ਗੱਲ ਨਹੀਂ ਹੁੰਦਾ ਜੀ, ਕਾਰਜ ਹੁੰਦਾ। ਤਾਂ ਉਹ ਵੀ ਸ਼ਬਦ ਨੂੰ ਅਸੀਂ ਹੰਕਾਰ ਦੇ ਵਿੱਚ ਲੈ ਲਿਆ। ਖੈਰ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਨੀਵੇਂ ਹੋਣ ਦੇ ਵਿੱਚ, ਨਿਮਰਤਾ ਦੇ ਵਿੱਚ, ਨਿਰਮਾਨਤਾ ਦੇ ਵਿੱਚ ਗੁਣਾਂ ਨੂੰ ਸਮਝਾਇਆ ਨਾ, ਉਥੇ ਨਾਲ ਹੀ ਸਤਿਗੁਰੂ ਜੀ ਨੇ ਇਹ ਵੀ ਸਮਝਾ ਦਿੱਤਾ ਕਿ ਸਭ ਕੋ ਨਿਵੈ ਆਪ ਕਉ, ਪਰ ਕੋ ਨਿਵੈ ਨਾ ਕੋਈ। ਹਰੇਕ ਮਨੁੱਖ ਆਪਣੇ ਵਾਸਤੇ ਤਾਂ ਬੜੇ ਸਵਾਰਥ ਵਾਸਤੇ, ਆਪਣੇ ਵਾਸਤੇ ਹੀ ਲਿਫਦਾ ਹੈ, ਝੁਕਦਾ ਹੈ, ਪਰ ਕਿਸੇ ਦੂਸਰੇ ਦੀ ਖਾਤਰ ਨਹੀਂ ਕਦੇ ਕੋਈ ਝੁਕਦਾ ਜੀ। ਆਪਣਾ ਨਿੱਜੀ ਸਵਾਰਥ ਹੈ ਨਾ, ਆਪਣਾ ਕੋਈ ਕੰਮ ਹੈ, ਤੇ ਅਸੀਂ ਸਾਰਿਆਂ ਦੀ ਹੀ ਜਿਹੜੀ ਹੈ ਉਹ ਚਾਪਲੂਸੀ ਵੀ ਕਰਦੇ ਹਾਂ ਤੇ ਹਰੇਕ ਦੇ ਸਨਮੁਖ ਝੁਕਦੇ ਵੀ ਹਾਂ। ਲੋੜ ਦੇ ਅਨੁਸਾਰ, ਗਰਜ ਦੇ ਅਨੁਸਾਰ ਅਸੀਂ ਜਿਹਨੂੰ ਨਹੀਂ ਬੁਲਾਉਣਾ ਹੁੰਦਾ, ਕਵਾਉਣਾ ਹੁੰਦਾ, ਉਸ ਨੂੰ ਵੀ ਮਿਲਦੇ ਤੇ ਉਸ ਦੇ ਨਾਲ ਵੀ ਅਸੀਂ ਮਿੱਤਰਤਾ ਕਾਇਮ ਕਰਦੇ ਹਾਂ, ਝੁਕਦੇ ਹਾਂ। ਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਸਭ ਕੋ ਨਿਵੈ ਆਪ ਕੋ। ਆਪਣੀ ਗਰਜ ਵਾਸਤੇ, ਆਪਣੀ ਲੋੜ ਵਾਸਤੇ ਅਸੀਂ ਸਾਰੇ ਲਿਖਦੇ, ਪਰ ਕਿਸੇ ਦੇ ਭਲੇ ਵਾਸਤੇ, ਦੂਜੇ ਦੀ ਖਾਤਰ ਝੁਕਦਾ ਕੋਈ ਵੀ ਨਹੀਂ। ਕਿਉਂ ਅਸੀਂ ਝੁਕੀਏ ਕਿਸੇ ਖਾਤਰ? ਭਾਈ ਲੋੜ ਤਾਂ ਉਹਨੂੰ, ਉਹ ਝੁਕੇ। ਇਹ ਸਾਡੇ ਮਨ ਦੀ ਵਿਚਾਰ ਹੁੰਦੀ ਹੈ। ਆਮ ਇੱਕ ਕਹਾਵਤ ਹੈ ਜਿਹੜੀ ਅਸੀਂ ਸਾਰਿਆਂ ਨੇ ਸੁਣੀ ਹੁੰਦੀ ਕਿ ਲੋੜ ਵੇਲੇ ਮਨੁੱਖ ਜਿਹੜਾ ਨਾ, ਉਹ ਗਧੇ ਨੂੰ ਵੀ ਬਾਪ ਆਖਦਾ ਹੈ। ਕਿਉਂਕਿ ਲੋੜ ਹੈ ਨਾ, ਆਪਣੀ ਗਰਜ ਹੈ, ਆਪਣਾ ਅਸੀਂ ਕੰਮ ਕਢਾਉਣਾ, ਤੇ ਅਸੀਂ ਹਰੇਕ ਨੂੰ ਰਿਸਪੈਕਟ ਦੇ ਜਾਂਦੇ ਹਾਂ, ਇੱਜ਼ਤ ਦਿੰਦੇ ਹਾਂ। ਤੇ ਜਦੋਂ ਉਹ ਕੰਮ ਨਿਕਲ ਗਿਆ ਜੀ, ਕਾਰਜ ਪੂਰਾ ਹੋ ਗਿਆ, ਤੇ ਫਿਰ ਅਸੀਂ ਕਹਿਣ ਦੇਣਾ, ਮੈਨੂੰ ਮੁਆਫ ਕਰਨਾ, ਕਿ ਅਸੀਂ ਰੱਬ ਨੂੰ ਵੀ ਭੁੱਲ ਜਾਂਦੇ ਹਾਂ। ਸਤਿਗੁਰੂ ਜੀ ਨੇ ਸਮਝਾਇਆ ਨਾ, ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ। ਜਦੋਂ ਕੰਮ ਸੀ ਨਾ, ਕੋਈ ਅਰਦਾਸ ਦੀ ਪੂਰਤੀ ਕਰਨੀ ਸੀ, ਕੋਈ ਕੰਮ ਪੈ ਗਿਆ ਸੀ ਨਾ, ਤੇ ਅਸੀਂ ਬੜਾ ਰੱਬ ਨੂੰ ਯਾਦ ਕੀਤਾ, ਪ੍ਰਮਾਤਮਾ ਨੂੰ ਯਾਦ ਕੀਤਾ, ਉਹ ਕੰਮ ਪੂਰਾ ਹੋ ਗਿਆ, ਉਹ ਪਦਾਰਥ ਦੀ ਪ੍ਰਾਪਤੀ ਹੋ ਗਈ ਤੇ ਰੱਬ ਭੁੱਲ ਗਿਆ। ਅਰਦਾਸ ਕੀਤੀ ਗੁਰੂ ਘਰ ਦੇ ਵਿੱਚ ਆ ਕੇ, ਧਾਰਮਿਕ ਸਥਾਨ ਤੇ, ਕਿ ਮਾਲਕ ਜੀ ਮੈਨੂੰ ਇਹ ਪਦਾਰਥ ਪ੍ਰਾਪਤ ਹੋ ਜਾਵਨ ਜੀ। ਪਦਾਰਥਾਂ ਦੀ ਪ੍ਰਾਪਤੀ ਹੋ ਗਈ। ਹੁਣ ਧੰਨਵਾਦ, ਸ਼ੁਕਰਾਨਾ ਮਾਲਕ ਦਾ, ਪਰਮਾਤਮਾ ਦਾ ਨਹੀਂ ਕੀਤਾ, ਸਗੋਂ ਕਿਸੇ ਹੋਟਲ ਦੇ ਵਿੱਚ, ਘਰ ਦੇ ਵਿੱਚ, ਰੈਸਟੋਰੈਂਟ ਦੇ ਵਿੱਚ ਰਿਸ਼ਤੇਦਾਰ, ਸੱਜਣ ਮਿੱਤਰ ਇਕੱਠੇ ਕਰ ਲਏ ਤੇ ਉਹਨਾਂ ਦੇ ਨਾਲ ਖੁਸ਼ੀ ਸਾਂਝੀ ਕਰਨੀ ਆਰੰਭ ਕਰ ਦਿੱਤੀ ਜੀ। ਕੰਮ ਸੀ ਤੇ ਅਸੀਂ ਸੁਖਣਾ ਸੁਖ ਲਈ, ਮਾਲਕਾ ਇੰਨੇ ਪਾਠ ਕਰਾਂਗਾ, ਇੰਨੇ ਅਖੰਡ ਪਾਠ ਕਰਵਾਏ ਜਾਵਣਗੇ, ਇੰਨੇ ਦਿਨ ਆਪ ਜੀ ਦੇ ਸਥਾਨ ਤੇ ਸੇਵਾ ਕੀਤੀ ਜਾਵੇਗੀ, ਇੰਨੀਆਂ ਮੱਸਿਆ, ਇੰਨੇ ਐਤਵਾਰ ਆਇਆ ਜਾਵੇਗਾ। ਹੁਣ ਪਦਾਰਥਾਂ ਦੀ ਪ੍ਰਾਪਤੀ ਹੋ ਗਈ ਤੇ ਹੁਣ ਅਸੀਂ ਮੱਥਾ ਟੇਕਣ ਵੀ ਨਹੀਂ ਆ ਰਹੇ ਜੀ। ਅਸੀਂ ਪਰਮਾਤਮਾ ਜੀ ਦੇ ਨਾਲ ਵੀ ਇਸੇ ਪ੍ਰਕਾਰ ਦਾ ਕਾਰਜ ਕਰਦੇ, ਤੇ ਜਾਂ ਫਿਰ ਸੌਦੇਬਾਜ਼ੀ ਵੀ ਕਰਦੇ। ਪਰਮਾਤਮਾ ਜੀ, ਸਾਡਾ ਬੱਚਾ ਭਰਤੀ ਹੋ ਜਾਵੇ, ਜਾਂ ਇਸ ਨੂੰ ਨੌਕਰੀ ਪ੍ਰਾਪਤ ਹੋ ਜਾਵੇ, ਵਿਦੇਸ਼ ਚਲਿਆ ਜਾਵੇ, ਤੇ ਪਹਿਲੀ ਤਨਖਾਹ ਅਸੀਂ ਤੁਹਾਡੇ ਦਰ ਤੇ ਲੈ ਕੇ ਆਵਾਂਗੇ। ਇੱਕ ਹਿਸਾਬ ਦੇ ਨਾਲ ਉਹ ਰਿਸ਼ਵਤ ਹੈ ਜੀ, ਕਿ ਅਸੀਂ ਮਾਲਕ ਜੀ ਦੇ ਨਾਲ ਵੀ ਸੌਦੇਬਾਜ਼ੀ ਕਰ ਲਈ ਕਿ ਤੁਸੀਂ ਆਹ ਕਾਰਜ ਕਰ ਦਿਓ ਤੇ ਅਸੀਂ ਫਿਰ ਤੁਹਾਨੂੰ ਇੰਨੇ ਪੈਸੇ ਦੇਵਾਂਗੇ। ਉੱਥੇ ਵੀ ਸਾਡੇ ਮਨ ਦੇ ਅੰਦਰ ਭਾਵਨਾ ਅਲੱਗ। ਜ਼ਰੂਰ ਵੇਖਿਓ ਜੀ, ਅਸੀਂ ਕਿਸੇ ਵੱਲ ਨਾ ਵੇਖੀਏ, ਆਪਣੇ ਆਪਣੇ ਅੰਦਰ ਜ਼ਰੂਰ ਝਾਤੀ ਮਾਰੀਏ ਕਿ ਜਦੋਂ ਲੋੜ ਸੀ ਨਾ, ਤੇ ਅਸੀਂ ਪਰਮਾਤਮਾ ਦੇ ਸਨਮੁਖ ਬੜੇ ਝੁਕੇ ਜੀ, ਬੜਾ ਹੀ ਨਿਮਰਤਾ ਸਹਿਤ ਬੜੀਆਂ ਮਿੰਨਤਾਂ ਵੀ ਕੀਤੀਆਂ ਜੀ, ਕਹਿ ਸਕਦੇ ਅਸੀਂ। ਬੜਾ ਕੁਝ ਕਹਿਣਾ ਕੀਤਾ, ਹਰ ਪ੍ਰਕਾਰ ਦੀਆਂ ਸ਼ਰਤਾਂ ਪ੍ਰਵਾਨ ਕੀਤੀਆਂ ਜੀ। ਪਰ ਜਦੋਂ ਉਹ ਕਾਰਜ ਸਾਡਾ ਹੋ ਗਿਆ ਤੇ ਫਿਰ ਅਸੀਂ ਪਰਮਾਤਮਾ ਦੀ ਜਿਹੜੀ ਪੂਜਾ ਸੀ ਉਸ ਰੂਪ ਦੇ ਵਿੱਚ ਨਾ ਕੀਤੀ, ਕਿਉਂਕਿ ਅਸੀਂ ਆਪਣੀ ਗਰਜ ਕਰਕੇ, ਲੋੜ ਕਰਕੇ ਝੁਕੇ ਸਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਸਭ ਕੋ ਨਿਭੈ ਆਪ ਕੋ, ਕਿ ਆਪਣੇ ਸਵਾਰਥ ਵਾਸਤੇ ਸਾਰੇ ਹੀ ਅਸੀਂ ਲਿਖਦੇ ਹਾਂ, ਪਰ ਕਿਸੇ ਦੂਸਰੇ ਦੀ ਖਾਤਰ ਐਸਾ ਕਾਰਜ ਨਹੀਂ ਕਰਦੇ। ਤੇ ਜਿਹੜਾ ਨਿਉਂਦਾ ਹੈ ਨਾ, ਉਸ ਦੇ ਸੰਬੰਧ ਵਿੱਚ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਧਰ ਤਰਾਜੂ ਤੋਲੀਐ, ਨਿਵੈ ਸੋ ਗੌਰਾ ਹੋਏ। ਤਰਾਜੂ ਦੇ ਵਿੱਚ, ਤੱਕੜੀ ਦੇ ਵਿੱਚ ਧਰ ਕੇ ਵੇਖ ਲਈਏ, ਜਿਹੜਾ ਨੀਵਾਂ ਪਲੜਾ ਨਾ, ਉਹ ਭਾਰਾ ਹੁੰਦਾ ਹੈ। ਭਾਵ ਜੋ ਲਿਫ ਗਿਆ ਨਾ, ਰਿਸ਼ਤਿਆਂ ਨੂੰ ਬਚਾਉਣ ਵਾਸਤੇ,
ਪਰਿਵਾਰ ਨੂੰ ਇਕੱਠਾ ਰੱਖਣ ਦੀ ਖਾਤਰ ਉਹ ਭਾਰਾ ਹੋਵੇਗਾ, ਉਹ ਗੁਣਾਂ ਵਾਲਾ ਹੋਵੇਗਾ। ਅੱਜ ਅਸੀਂ ਸਮਾਜ ਦੇ ਵਿੱਚ, ਪਰਿਵਾਰਾਂ ਦੇ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਸਾਡੇ ਮਨ ਦੀ ਇੱਕ ਭਾਵਨਾ ਹੈ, ਮੈਂ ਕਿਉਂ ਝੁਕਾਂ, ਮੈਂ ਵੱਡਾ ਹਾਂ, ਮੈਂ ਜ਼ਿਆਦਾ ਸਿਆਣਾ ਹਾਂ, ਮੇਰੇ ਕੋਲ ਪੈਸੇ ਵੱਧ ਹਨ, ਪਦਾਰਥ ਵੱਧ ਹਨ, ਤਾਂ ਰਿਸ਼ਤਿਆਂ ਦੇ ਵਿੱਚ ਪੈਰੋਂ ਪੈਰ ਦਿਨੋਂ ਦਿਨ ਤ੍ਰਿੜਾਂ ਆਉਂਦੀਆਂ ਜਾਂਦੀਆਂ ਹਨ। ਤੇ ਜੇਕਰ ਉਹ ਨਿਮਰਤਾ, ਉਹ ਝੁਕਣ ਵਾਲਾ ਕਾਰਜ ਹੋਵੇ ਤੇ ਰਿਸ਼ਤੇ ਕਦੇ ਫਰਕ ਵਾਲੇ ਨਹੀਂ ਹੁੰਦੇ ਜੀ। ਪਰਿਵਾਰ ਟੁੱਟਦੇ ਵੀ ਇਸੇ ਕਰਕੇ, ਆਪਣੀ ਨਿੱਜੀ ਹੰਕਾਰ ਕਰਕੇ ਜਾਂ ਈਗੋ ਕਰਕੇ ਹੈ ਕਿ ਅਸੀਂ ਝੁਕਦੇ ਨਹੀਂ ਰਿਸ਼ਤਿਆਂ ਨੂੰ ਬਚਾਉਣ ਦੀ ਖਾਤਰ, ਤੇ ਇਸੇ ਕਰਕੇ ਰਿਸ਼ਤੇ ਤਾਰ-ਤਾਰ ਹੋ ਜਾਂਦੇ, ਟੁੱਟ ਜਾਂਦੇ ਹਨ। ਤੇ ਜਿਹੜਾ ਮਨੁੱਖ ਪਰਿਵਾਰ ਦੇ ਵਿੱਚ ਇਸ ਕਾਰਜ ਨੂੰ ਕਰਦਾ ਹੋਵੇ ਨਾ, ਤੇ ਵੇਖ ਲਿਓ ਜੀ, ਉਸ ਨੂੰ ਘਾਟੇ ਵੀ ਸਭ ਤੋਂ ਵਧੇਰੇ ਹੀ ਅੱਜ ਦੇ ਸਮੇਂ ਦੇ ਵਿੱਚ ਪੈਂਦੇ ਹੋਣਗੇ। ਕਿਉਂਕਿ ਹਰੇਕ ਮਨੁੱਖ, ਹਰੇਕ ਰਿਸ਼ਤੇਦਾਰ, ਹਰੇਕ ਮੈਂਬਰ ਪਰਿਵਾਰ ਦਾ ਆਪਣਾ ਕਾਰਜ ਕਰਵਾ ਜਾਵੇਗਾ ਤੇ ਫਿਰ ਉਸ ਨੂੰ ਪਿਛਾਂਹ ਸੁੱਟ ਦਿੱਤਾ ਜਾਵੇਗਾ। ਫਰਕ ਪੈ ਗਿਆ ਨਾ। ਪਰ ਜੇਕਰ ਅਸੀਂ ਸਾਰੇ ਹੀ ਰਿਸ਼ਤਿਆਂ ਨੂੰ ਨਿਭਾਉਣ ਦੀ ਚਾਹਤ ਦੇ ਵਿੱਚ ਹੋਈਏ ਤੇ ਫਿਰ ਸਾਰੇ ਝੁਕਦੇ ਵੀ ਹੋਵਾਂਗੇ ਇੱਕ ਦੂਜੇ ਨੂੰ ਪਿਆਰ ਸਦਕਾ। ਤੇ ਸਤਿਗੁਰੂ ਜੀ ਆਖਦੇ ਹਨ ਕਿ ਭਾਈ ਝੁਕਿਆ ਹੋਇਆ ਜਿਹੜਾ ਨਾ, ਉਹ ਜ਼ਰੂਰੀ ਨਹੀਂ ਗਲਤ ਹੋਵੇ, ਸਗੋਂ ਉਹ ਭਾਰਾ ਹੋਵੇਗਾ। ਨਿਵੇਂ ਸੋ ਗੌਰਾ ਹੋਏ। ਤੱਕੜੀ ਦੇ ਵਿੱਚ ਭਰ ਕੇ ਵੇਖ ਲਿਓ, ਜਿਹੜਾ ਪਲੜਾ ਨਿਉਂਦਾ ਪਿਆ ਨਾ, ਝੁਕਿਆ ਪਿਆ ਹੈ, ਉਹ ਭਾਰਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ। ਪਰ ਕਿਤੇ ਇਹ ਨਾ ਮੰਨ ਲਿਆ ਜਾਵੇ ਕਿ ਸਿਰਫ ਜਿਹੜਾ ਝੁਕਣਾ ਹੈ ਨਾ, ਇਹੋ ਹੀ ਨਿਮਰਤਾ ਹੈ। ਕਿਉਂਕਿ ਸਰੀਰ ਕਰਕੇ ਤਾਂ ਅਸੀਂ ਸਾਰੇ ਹੀ ਝੁਕਦੇ ਪਏ ਹਾਂ। ਅੱਜ ਅਸੀਂ ਵੇਖ ਸਕਦੇ ਹਾਂ ਨੌਜਵਾਨ ਪੀੜ੍ਹੀ ਨੂੰ ਕਿ ਬੜਾ ਝੁਕ ਝੁਕ ਕੇ ਗੋਡੀ ਹੱਥ ਲਾਉਂਦੇ ਹਨ ਅਗਾਂਹ ਹੋ ਕੇ ਸਾਰੇ ਰਿਸ਼ਤੇਦਾਰਾਂ ਦੇ। ਪਰ ਸਤਿਕਾਰ ਕਿੰਨਾ ਕੁ ਹੈ, ਇਹ ਜ਼ਰੂਰੀ ਹੈ। ਗੁਰੂ ਜੀ ਨੂੰ ਵੀ ਅਸੀਂ ਅਗਰ ਝੁਕ ਰਹੇ ਹਾਂ ਤੇ ਵਾਕਿਆ ਹੀ ਅਸੀਂ ਗੁਰੂ ਜੀ ਦਾ ਬਚਨ ਵੀ ਮੰਨਦੇ ਪਏ ਹਾਂ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਕਿਤੇ ਵੇਖੀ ਤੇਰਾ ਝੁਕਣਾ ਕਿਸੇ ਸ਼ਿਕਾਰੀ ਵਰਗਾ ਤਾਂ ਨਹੀਂ। ਕਿਉਂਕਿ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਹੇ। ਜਿਹੜਾ ਅਪਰਾਧੀ ਹੈ ਨਾ, ਸਤਿਗੁਰੂ ਜੀ ਆਖਦੇ ਹਨ ਕਿ ਉਹ ਬੜਾ ਝੁਕਦਾ ਹੈ, ਉਹ ਝੁਕ ਕੇ ਦੋਹਰਾ ਹੋ ਜਾਵੇਗਾ। ਉਦਾਹਰਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਜਿਵੇਂ ਇੱਕ ਸ਼ਿਕਾਰੀ ਹਿਰਨ ਦਾ ਸ਼ਿਕਾਰ ਕਰਦਾ ਨਾ, ਤੇ ਹੱਥ ਵਿੱਚ ਤੀਰ ਕਮਾਨ ਲੈ ਕਰ, ਕੋਈ ਸ਼ਸਤਰ ਲੈ ਕਰ, ਅਸਤਰ ਲੈ ਕਰ ਉਹ ਬੈਠਾ ਹੋਵੇਗਾ ਤੇ ਝੁਕ ਕੇ ਜ਼ਮੀਨ ਦੇ ਨਾਲ ਲੱਗਾ ਹੋਵੇਗਾ। ਪਰ ਉਹ ਹਿਰਨ ਦੇ ਸਤਿਕਾਰ ਵਾਸਤੇ ਨਹੀਂ ਝੁਕਿਆ ਜੀ, ਉਹ ਹਿਰਨ ਦਾ ਸ਼ਿਕਾਰ ਕਰਨ ਵਾਸਤੇ ਝੁਕਿਆ ਹੈ। ਮਨੁੱਖ ਤੇਰੇ ਅੰਦਰ ਕਿਤੇ ਇਹ ਭਾਵਨਾ ਤੇ ਨਹੀਂ ਜਦੋਂ ਤੂੰ ਝੁਕਦਾ ਪਿਆ ਕਿ ਝੁਕ ਕੇ ਅਗਲੇ ਦੇ ਪੈਰਾਂ ਤੋਂ ਹੇਠਾਂ ਜ਼ਮੀਨ ਹੀ ਖਿੱਚ ਲਈ ਜਾਵੇ। ਅਗਲੇ ਦੇ ਸਾਹਮਣੇ ਝੁਕ ਕੇ ਕਿਤੇ ਉਸ ਨੂੰ ਬੇਇੱਜ਼ਤ ਤਾਂ ਨਹੀਂ ਕਰਦਾ ਪਿਆ। ਸਤਿਗੁਰੂ ਜੀ ਸਮਝਾਉਂਦੇ, ਅਪਰਾਧੀ ਦੂਣਾ ਨਿਵੈ। ਅਪਰਾਧੀ ਮਨੁੱਖ ਬਹੁਤ ਜ਼ਿਆਦਾ ਝੁਕਦਾ ਹੈ। ਸਤਿਗੁਰੂ ਜੀ ਨੇ ਸਮਝਾਇਆ, ਸੋ ਡਰੇ ਜੇ ਪਾਪ ਕਮਾਵੰਦਾ, ਧਰਮੀ ਵਗਸੇਤ ਡਰ ਤਾਂ ਉਸ ਨੂੰ ਹੋਵੇਗਾ ਨਾ। ਜਿਹੜਾ ਪਾਪ ਕਰਦਾ ਪਿਆ, ਧਰਮੀ ਮਨੁੱਖ ਤਾਂ ਹਮੇਸ਼ਾ ਖੇੜੇ ਦੇ ਵਿੱਚ ਹੀ ਹੋਵੇਗਾ। ਸੋ ਸਤਿਗੁਰੂ ਜੀ ਨੇ ਸਮਝਾਇਆ, ਅਪਰਾਧੀ ਦੂਣਾ ਨਿਵੈ। ਨਿਉਂਦਾ ਹੈ ਪਰ ਕੀ ਉਹ ਮਨ ਕਰਕੇ ਨਿਉ ਰਿਹਾ ਮਨੁੱਖ। ਨਿਰਾ ਸੀਸ ਨੂੰ ਨਹੀਂ ਨਿਵਾਉਣਾ, ਜੇ ਸਰੀਰ ਨੂੰ ਨਿਵਾਉਣਾ ਹੀ ਨੀਵੇਂ ਰਹਿਣਾ ਆਖੀਦਾ, ਤਾਂ ਸ਼ਿਕਾਰੀ ਜੋ ਮਿਰਗ ਦੇ ਪਿੱਛੇ ਤੁਰਿਆ ਫਿਰਦਾ ਨਾ, ਉਹ ਤਾਂ ਫਿਰ ਭਾਈ ਲਿਫ ਲਿਫ ਕੇ ਦੋਹਰਾ ਹੁੰਦਾ ਜਾਂਦਾ। ਸਤਿਗੁਰੂ ਜੀ ਨੇ ਫਿਰ ਅਖੀਰ ਵਿੱਚ ਸਮਝਾ ਦਿੱਤਾ, ਸੀਸ ਨਿਵਾਇਆ ਕਿਆ ਥੀਐ, ਜਾਂ ਹਿਰਦੈ ਕਸੁੱਧੇ ਜਾਹੇ। ਭਾਈ ਇਕੱਲਾ ਤੇਰਾ ਸਿਰ ਨਿਵਾਉਣ ਦੇ ਨਾਲ ਨਹੀਂ ਫਰਕ ਪਵੇਗਾ। ਜੇ ਤੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨਹੀਂ ਮੰਨਦਾ ਹਾਂ, ਗੁਰੂ ਜੀ ਦੀ ਦੱਸੀ ਹੋਈ ਸਿੱਖਿਆ ਦੇ ਉੱਪਰ ਨਹੀਂ ਤੁਰਦਾ, ਤਾਂ ਤੇਰਾ ਜਿਹੜਾ ਨਿਉਣਾ ਹੈ ਨਾ, ਉਹ ਕਿਸੇ ਪ੍ਰਕਾਰ ਦਾ ਲਾਭਦਾਇਕ ਨਹੀਂ ਹੋਵੇਗਾ। ਪਿਤਾ ਦੇ ਅਸੀਂ ਗੋਡੇ ਹੱਥ ਲਾਈ ਚੱਲੀਏ, ਬੜਾ ਸਤਿਕਾਰ ਸੋਸ਼ਲ ਮੀਡੀਆ ਦੇ ਉੱਪਰ ਫੋਟੋਆਂ ਪਾਉਂਦੇ ਹੋਈਏ ਕਿ ਅੱਜ ਫਾਦਰ ਡੇ ਹੈ, ਅੱਜ ਮਦਰ ਡੇ ਹੈ, ਤੇ ਜੇਕਰ ਮਾਤਾ ਪਿਤਾ ਕਿਤੇ ਆਖਦਾ ਕਿ ਪਿਆਸ ਲੱਗੀ ਪਾਣੀ ਦਾ ਗਲਾਸ ਫੜਾ ਦੇ, ਤੇ ਫਿਰ ਅਸੀਂ ਕਈ ਕੁਝ ਗਾੜੀਆਂ ਸੁਣਾ ਦਈਏ, ਤੇ ਉਹ ਝੁਕਣਾ ਕਾਹਦਾ ਜੀ। ਇੱਕ ਪਾਸੇ ਅਸੀਂ ਫੋਟੋਆਂ ਸੋਸ਼ਲ ਮੀਡੀਆ ਤੇ ਪਾਈਏ ਸਤਿਕਾਰ ਸਹਿਤ ਵਾਲੀਆਂ,
ਤੇ ਦੂਜੇ ਪਾਸੇ ਘਰ ਤੋਂ ਤੁਰੇ ਹੋਈਏ ਬਾਪੂ ਆਖੇ ਪਾਣੀ ਦਾ ਗਲਾਸ ਫੜਾਈ ਤੇ ਆਖੀ ਪਿੱਛੋਂ ਆਵਾਜ਼ ਮਾਰਤੀ ਮੈਂ ਤਾਂ ਛਬੀਲ ਤੇ ਸੇਵਾ ਕਰਨ ਚੱਲਿਆ ਸਾਂ। ਹੁਣ ਉਹ ਵੀ ਤਾਂ ਸੇਵਾ ਸੀ ਕਿ ਅਸੀਂ ਬਜ਼ੁਰਗ ਨੂੰ ਪਾਣੀ ਦਾ ਗਲਾਸ ਨਹੀਂ ਫੜਾਇਆ ਤੇ ਤੁਰ ਪਏ ਜੀ ਅਸੀਂ ਛਬੀਲ ਦੇ ਉੱਪਰ ਸੇਵਾ ਕਰਨ ਵਾਸਤੇ। ਘਰ ਦੇ ਵਿੱਚ ਬਜ਼ੁਰਗ ਸਾਡੇ ਸੱਸ ਸਹੁਰੇ ਹਨ, ਅਸੀਂ ਉਹਨਾਂ ਦਾ ਇੱਕ ਕੱਪੜਾ ਨਹੀਂ ਧੋ ਰਹੇ ਹਾਂ, ਉਹਨਾਂ ਦਾ ਇੱਕ ਬਰਤਨ ਨਹੀਂ ਮਾਂਜਦੇ ਹਾਂ। ਉਹ ਵਿਚਾਰੇ ਆਪ ਬਜ਼ੁਰਗੀ ਦੀ ਹਾਲਤ ਦੇ ਵਿੱਚ ਆਪਣੇ ਨਿੱਜੀ ਸਾਰੇ ਕਾਰਜ ਕਰਦੇ ਪਏ ਤੇ ਗੁਰੂ ਘਰਾਂ ਦੇ ਵਿੱਚ ਆਇਆ ਕਿ ਅਸੀਂ ਬਾਟੀਆਂ ਇੱਕ ਦੂਜੇ ਦੇ ਕੋਲ ਖੋਈਏ, ਥਾਲੀਆਂ ਖੋਈਏ ਕਿ ਭਾਈ ਮੈਨੂੰ ਮਾਂਜਣ ਦਿਓ, ਮੈਨੂੰ ਮਾਂਜਣ ਦਿਓ। ਤਾਂ ਮਾਲਕ ਜੀ ਤਾਂ ਜਾਣਦੇ ਹਨ ਜਿਸ ਦੇ ਦਰ ਤੇ ਆਕਰ ਅਸੀਂ ਇਹ ਕਾਰਜ ਕਰਦੇ ਪਏ ਕਿ ਭਾਈ ਘਰ ਇੱਕ ਤੀਰਥ ਸੀ ਜਿਸ ਨੂੰ ਇਹ ਛੱਡ ਆਏ ਤੇ ਹੁਣ ਤੀਰਥ ਤੇ ਆ ਕੇ ਆਪਣੀਆਂ ਭੁੱਲਾਂ ਬਖਸ਼ਾ ਰਹੇ ਹਨ। ਮਾਂ ਤੋਂ ਉੱਤਮ ਹੋਰ ਕੋਈ ਜਗ੍ਹਾ ਨਹੀਂ ਹੈ। ਮਾਤਾ ਪਿਤਾ ਦੇ ਚਰਨਾਂ ਦੇ ਵਿੱਚ ਹੀ ਸਾਰਾ ਕੁਝ ਹੈ ਤੇ ਜਿਸ ਨੇ ਮਾਤਾ ਪਿਤਾ ਦੀਆਂ ਅਸੀਸਾਂ ਪ੍ਰਾਪਤ ਕਰ ਲਈਆਂ, ਹਰੇਕ ਪ੍ਰਕਾਰ ਦੀ ਗੁਰੂ ਦੀ ਅਸੀਸ ਉਸ ਨੂੰ ਪ੍ਰਾਪਤ ਹੋਵੇਗੀ। ਪਰ ਜੇਕਰ ਮਾਤਾ ਪਿਤਾ ਦਾ ਹਿਰਦਾ ਦਿਖਾ ਕੇ ਅਸੀਂ ਧਾਰਮਿਕ ਕਾਰਜ ਕਰਦੇ ਫਿਰੀਏ ਲੋਕ ਦਿਖਾਵੇ ਦੇ, ਤੇ ਪ੍ਰਮਾਤਮਾ ਜੀ ਜਾਣਦੇ ਹਨ ਕਿਸ ਨੂੰ ਦੱਸਿਆ ਜਾ ਰਿਹਾ, ਕਿਉਂਕਿ ਤਾਂ ਉਹ ਅੰਦਰ ਦੀ ਗੱਲ ਜਾਣਦਾ, ਉਹ ਅੰਤਰਜਾਮੀ ਹੈ। ਦਿਖਾਵਾ ਅਸੀਂ ਕਾਸ ਲਈ ਕਰਦੇ ਹਾਂ, ਲੋਕ ਦਿਖਾਵੇ ਵਾਸਤੇ, ਪਰ ਮਾਲਕ ਜੀ ਤੋਂ ਕੁਝ ਵੀ ਛੁਪਿਆ ਹੋਇਆ ਨਹੀਂ। ਸਤਿਗੁਰੂ ਜੀ ਸਮਝਾਉਂਦੇ ਹਨ ਸੀਸ ਨਿਵਾਇਆ ਕਿਆ ਥੀਆ ਜਾਂ ਹਿਰਦੈ ਕੁਸਦਾ ਜਾਏ। ਇਕੱਲੇ ਸੀਸ ਨਿਵਾਉਣ ਦੇ ਨਾਲ ਫਰਕ ਨਹੀਂ ਪਵੇਗਾ। ਜੇਕਰ ਅਸੀਂ ਮਾਲਕ ਦਾ ਪਰਮਾਤਮਾ ਦਾ ਹੁਕਮ ਨਹੀਂ ਮੰਨਦੇ, ਉਸ ਦੇ ਦਰਸਾਏ ਹੋਏ ਮਾਰਗ ਦੇ ਉੱਪਰ ਨਹੀਂ ਚੱਲਦੇ ਹਾਂ, ਗੁਰੂ ਜੀ ਕੁਝ ਹੋਰ ਕਹਿੰਦੇ ਹੋਵਨ ਅਸੀਂ ਕਿਸੇ ਹੋਰ ਪਾਸੇ ਚੱਲੀਏ ਜੀ। ਸਤਿਗੁਰੂ ਜੀ ਆਖਣ ਜਪਜੀ ਦਾ ਜਾਪ ਕਰਿਆ ਕਰ, ਅਸੀਂ ਆਖੀਏ ਸਤਿਗੁਰੂ ਜੀ ਬਾਕੀ ਸਾਰੇ ਕਾਰਜ ਤਾਂ ਹੋ ਜਾਵਣਗੇ, ਪਰ ਜਿਹੜਾ ਜਪਜੀ ਦਾ ਜਾਪ ਹੈ ਨਾ ਇਹ ਕਠਿਨ ਕਾਰਜ ਹੈ। ਮਾਲਕ ਆਖਣ ਭਾਈ ਧੀਆਂ ਪੁੱਤਰ ਚਾਹੀਦੇ, ਸੁਚੱਜਾ ਪਰਿਵਾਰ ਚਾਹੀਦਾ, ਕਾਰੋਬਾਰ ਚਾਹੀਦਾ, ਹਾਂਜੀ ਜੀ ਸਾਰਾ ਕੁਝ ਚਾਹੀਦਾ, ਠੀਕ ਹੈ ਲੈ ਲੈ, ਪਰ ਜਪਜੀ ਦਾ ਪਾਠ ਕਰਿਆ ਕਰਨਾ ਹੀ ਮਾਲਕਾ ਇਹ ਕਾਰਜ ਨਹੀਂ ਹੋਣਾ ਹੈ। ਤਾਂ ਪਦਾਰਥ ਸਾਨੂੰ ਚਾਹੀਦੇ, ਅੰਮ੍ਰਿਤ ਵੇਲਾ ਸਾਨੂੰ ਨਹੀਂ ਚਾਹੀਦਾ, ਵਸਤੂਆਂ ਸਾਨੂੰ ਚਾਹੀਦੀਆਂ, ਬਾਣੀ ਦਾ ਜਾਪ ਨਹੀਂ ਅਸੀਂ ਕਰ ਸਕਦੇ, ਹੋਰ ਪਦਾਰਥਾਂ ਦੀ ਸਾਨੂੰ ਲੋੜ, ਸੁਖ ਸ਼ਾਂਤੀ ਦੀ ਸਾਨੂੰ ਲੋੜ, ਪਰ ਅੰਮ੍ਰਿਤ ਦੀ ਦਾਤ ਨਹੀਂ ਜੀ ਅਸੀਂ ਪ੍ਰਾਪਤ ਕਰਨੀ। ਕੀ ਕਰਨਾ ਜੀ? ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਮਨ ਸਾਫ਼ ਹੋਣਾ ਚਾਹੀਦਾ। ਗੁਰੂ ਦਸ਼ਮੇਸ਼ ਪਿਤਾ ਜੀ ਅੰਮ੍ਰਿਤ ਦੇ ਦਾਤੇ, ਪੰਜ ਪਿਆਰੇ ਸਹਿਬਾਨਾਂ ਨੂੰ ਉਹਨਾਂ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਤੇ ਫਿਰ ਉਹਨਾਂ ਦੇ ਕੋਲੋਂ ਆਪ ਅੰਮ੍ਰਿਤ ਪ੍ਰਾਪਤ ਕਰਦੇ ਹਨ। ਤੇ ਕੀ ਸਾਡਾ ਮਨ ਉਹਨਾਂ ਤੋਂ ਵੀ ਸਾਫ਼ ਹੋ ਗਿਆ ਕਿ ਉਹ ਅੰਮ੍ਰਿਤ ਦੇ ਦਾਤੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਫਿਰ ਖੁਦ ਅੰਮ੍ਰਿਤ ਪ੍ਰਾਪਤ ਕਰਦੇ ਪਏ ਹਨ? ਤੇ ਅਸੀਂ ਆਖੀਏ ਨਹੀਂ ਜੀ ਮਨ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਦੀ ਲੋੜ ਕੋਈ ਨਹੀਂ। ਤੇ ਜਾਂ ਫਿਰ ਸ਼ਰਤਾਂ ਅਸੀਂ ਰੱਖਦੇ ਹੋਈਏ ਕਿ ਸਾਡੀ ਸਿਹਤ ਤੇ ਸਾਡੀ ਸਿੱਖਿਆ ਦਾ ਖਿਆਲ ਧਾਰਮਿਕ ਸੰਸਥਾਵਾਂ ਰੱਖਣ, ਅਸੀਂ ਅੰਮ੍ਰਿਤ ਛਕ ਲਾਂਗੇ, ਸਾਡੇ ਬੱਚੇ ਫ੍ਰੀ ਪੜ੍ਹਦੇ ਹੋਵਣ, ਅਸੀਂ ਗੁਰਸਿੱਖੀ ਦੇ ਵਿੱਚ ਆ ਜਾਵਾਂਗੇ, ਸਾਡਾ ਇਲਾਜ ਫ੍ਰੀ ਹੁੰਦਾ ਹੋਵੇ। ਸ਼ਰਤਾਂ ਨਹੀਂ ਹੋ ਸਕਦੀਆਂ ਜੀ ਗੁਰੂ ਜੀ ਦੇ ਸਨਮੁਖ। ਇੱਥੇ ਤਾਂ ਪ੍ਰੇਮ ਭਾਵਨਾ ਹੋਵੇਗੀ, ਕਿਤੇ ਸ਼ਰਤ ਨਹੀਂ ਜੀ। ਸਿੱਖੀ ਦੇ ਵਿੱਚ ਹਾਂ ਜਿੱਥੇ ਸ਼ਰਤਾਂ ਹਨ ਉਥੇ ਧਰਮੀ ਮਨੁੱਖਾਂ ਦਾ ਇਕੱਠ ਨਹੀਂ, ਲਾਲਚੀਆਂ ਦਾ ਇਕੱਠ ਹੋਵੇਗਾ। ਜਿਵੇਂ ਪੰਜਾਬ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਧਰਮ ਪਰਿਵਰਤਨ ਦਾ ਕਾਰਜ ਚੱਲਦਾ ਜੀ, ਪੈਸੇ ਦੇ ਕਰ, ਲਾਲਚ ਦੇ ਕਰ, ਕੁਝ ਹੋਰ ਪ੍ਰਕਾਰ ਦੇ ਲਾਲਚ ਆਦਿਕ ਦੇ ਕਰ ਧਰਮ ਨੂੰ ਪਰਿਵਰਤਨ ਕੀਤਾ ਜਾ ਰਿਹਾ, ਧਰਮ ਦਾ ਪਰਿਵਰਤਨ ਹੋ ਰਿਹਾ। ਤੇ ਖਿਆਲ ਕਰਿਓ ਕਿ ਉੱਥੇ ਉਹ ਲਾਲਚੀ ਮਨੁੱਖਾਂ ਦਾ ਇਕੱਠ ਹੋਵੇਗਾ, ਕਿਉਂਕਿ ਲਾਲਚ ਕਰਕੇ ਇੱਕ ਧਰਮ ਨੂੰ ਛੱਡ ਕੇ ਉਹ ਦੂਜੇ ਧਰਮ ਦੇ ਵਿੱਚ ਗਏ ਹਨ। ਉਹ ਧਰਮੀਆਂ ਦਾ ਇਕੱਠ ਨਹੀਂ ਹੋ ਸਕਦਾ। ਕੱਲ ਨੂੰ ਕੋਈ ਦੂਜਾ ਧਰਮ, ਕੋਈ ਦੂਜਾ ਮਜ਼ਹਬ ਉੱਠੇ, ਉਹ ਹੋਰ ਵਧੇਰੇ ਲਾਲਚ ਦੇ ਦੇਵੇ ਤੇ ਉਹ ਸਾਰੇ ਉਧਰ ਨੂੰ ਤੁਰ ਪੈਵਣਗੇ, ਉੱਥੇ ਨਹੀਂ ਰਹਿਵਣਗੇ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਭਾਈ ਸੀਸ ਨਿਵਾ ਸਤਿਕਾਰ ਵਾਸਤੇ ਬੜਾ ਜ਼ਰੂਰੀ ਹੈ, ਪਰ ਨਾਲ ਨਾਲ ਗੁਰੂ ਦੀ ਜਿਹੜੀ ਗੱਲ ਹੈ ਨਾ ਉਸ ਨੂੰ ਵੀ ਮੰਨਣਾ ਜ਼ਰੂਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਗਲੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਹਨ, ਮਨੁੱਖ ਜਿਹੜੇ ਧਾਰਮਿਕ ਕਾਰਜ ਕਰਦਾ ਹੈ,
ਸਤਿਗੁਰੂ ਜੀ ਆਖਦੇ ਹਨ ਕਿ ਇਹਨਾਂ ਕਾਰਜਾਂ ਦੇ ਪਿੱਛੇ ਮਨੋਰਥ ਸੀ ਪਰਮਾਤਮਾ ਦੀ ਪ੍ਰਾਪਤੀ, ਪਰ ਇਹ ਸਾਰੇ ਦੇ ਸਾਰੇ ਜਿਹੜੇ ਕਾਰਜ ਹਨ ਉਹ ਲੋਕ ਦਿਖਾਵੇ ਵਾਸਤੇ ਹੀ ਰਹਿ ਗਏ ਹਨ। ਕੱਪੜੇ ਪਹਿਨਣ ਦਾ, ਧਾਰਮਿਕ ਚਿੰਨ੍ਹ ਪਹਿਨਣ ਦਾ, ਧਾਰਮਿਕ ਗ੍ਰੰਥਾਂ ਦੇ ਵਿਚਾਰ ਵੀ ਕਰਦਾ, ਪਾਠ ਵੀ ਕਰਦਾ, ਪਰ ਉਹ ਲੋਕ ਦਿਖਾਵੇ ਵਾਸਤੇ ਹੈ। ਉਹਨਾਂ ਦੇ ਵਿੱਚੋਂ ਕਿਸੇ ਵੀ ਗੱਲ ਨੂੰ ਆਪਣੇ ਮਨ ਦੇ ਉੱਪਰ ਜਾਂ ਵਿਚਾਰਾਂ ਦੇ ਉੱਪਰ ਲਾਗੂ ਨਹੀਂ ਕਰਦਾ ਹੈ। ਧਰਮ ਗ੍ਰੰਥ ਪੜ੍ਹੇ ਜਾਵਨ, ਧਰਮ ਦੀ ਭਾਵਨਾ ਨੂੰ ਸਮਝਿਆ ਜਾਵੇ, ਧਾਰਮਿਕ ਚਿੰਨ੍ਹ ਸਰੀਰ ਤੇ ਧਾਰਨ ਕੀਤੇ ਜਾਵਨ, ਪਰ ਉਹ ਸਦਕਾ ਜਿਹੜਾ ਮਨ ਹੈ ਨਾ, ਉਸ ਦੇ ਵਿੱਚ ਫਰਕ ਪੈਣਾ ਬੜਾ ਜ਼ਰੂਰੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਮਹੱਲਾ ਪਹਿਲਾ, ਪੜ੍ਹ ਪੁਸਤਕ ਸੰਧਿਆ ਬਾਦ, ਕਿ ਮਨੁੱਖ ਜਿਹੜਾ ਧਾਰਮਿਕ ਮਨੁੱਖ ਹੈ ਨਾ, ਸ਼ਬਦ ਸਤਿਗੁਰੂ ਜੀ ਨੇ ਪੰਡਤ ਵਰਤਿਆ ਹੈ, ਪੰਡਤ ਨੂੰ ਸੰਬੋਧਨ ਕਰਕੇ ਹੈ ਕਿ ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ, ਧਾਰਮਿਕ ਪੁਸਤਕਾਂ ਨੂੰ ਵੀ ਪੜ੍ਹਦਾ, ਸੰਧਿਆ ਦੇ ਕਾਰਜ ਵੀ ਕਰਦਾ, ਤਿੰਨੇ ਵੇਲੇ ਪੂਜਾ ਵੀ ਕਰਦਾ ਹੈ, ਤੇ ਨਾਲ ਹੀ ਸਤਿਗੁਰੂ ਜੀ ਆਖਦੇ ਹਨ ਕਿ ਹੋਰਨਾਂ ਦੇ ਨਾਲ ਚਰਚਾ ਵੀ ਕਰਦਾ ਹੈ ਧਰਮ ਦੀ। ਸਿਲ ਪੂਜਸ ਬਗਲ ਸਮਾਦਨ, ਸਿਲਪਾ ਪੱਥਰ ਦੀ ਪੂਜਾ ਵੀ ਕਰਦਾ, ਪਰ ਇਹ ਜਿਤਨੇ ਵੀ ਕਾਰਜ ਹਨ ਇਹ ਬਗਲੇ ਵਰਗੀ ਸਮਾਧੀ ਵਾਲੇ ਹਨ। ਜਿਵੇਂ ਬਗਲਿਆਂ ਨੇ ਸਮਾਧੀ ਲਗਾਈ ਹੁੰਦੀ ਨਾ, ਚਿੱਟੇ ਕੱਪੜੇ ਬਗਲੇ ਦੇ ਵੀ, ਚਿੱਟਾ ਰੰਗ, ਧਾਰਮਿਕ ਮਨੁੱਖ ਨੇ ਵੀ ਚਿੱਟੇ ਕੱਪੜੇ ਪਾਏ ਹੋਏ, ਇੱਕ ਲੱਤ ਦੇ ਉੱਪਰ ਬਗਲਾ ਖਲੋਤਾ ਹੋਇਆ, ਅੱਖਾਂ ਉਸ ਦੀਆਂ ਬੰਦ, ਤੇ ਵੇਖਣ ਨੂੰ ਉਹ ਬੜਾ ਹੀ ਭਗਤ ਪਿਆਰਾ ਲੱਗਦਾ ਹੈ। ਤੇ ਧਾਰਮਿਕ ਪਹਿਰਾਵੇ ਵਾਲੇ ਮਨੁੱਖ ਜਿਨ੍ਹਾਂ ਨੇ ਧਰਮ ਦਾ ਲਿਬਾਸ ਧਾਰਨ ਕੀਤਾ ਹੁੰਦਾ, ਬਿਲਕੁਲ ਉਸੇ ਹੀ ਪ੍ਰਕਾਰ ਦੇ ਵੇਖਣ ਨੂੰ ਹੰਸ ਲੱਗਦੇ ਹਨ। ਪਰ ਬਗਲਾ ਜਿਹੜਾ ਬੈਠਾ ਹੈ ਨਾ ਛੱਪੜ ਦੇ ਕਿਨਾਰੇ ਪਾਣੀ ਦੇ ਵਿੱਚ ਹੋ ਕਰ, ਇੱਕ ਲੱਤ ਦੇ ਭਾਰ ਖਲੋਤਾ ਹੋਇਆ ਨਾ, ਉਸ ਦੀ ਭਗਤੀ ਨਹੀਂ ਹੈ, ਸਗੋਂ ਉਸ ਦੇ ਮਨ ਦੇ ਵਿੱਚ ਇੱਕ ਭਾਵਨਾ ਕਿ ਕਦੋਂ ਕੋਈ ਜੀਵ ਮੱਛੀ ਆਦਿਕ ਮੇਰੇ ਨਜ਼ਦੀਕ ਆਵੇ ਤੇ ਤੁਰੰਤ ਉਸ ਨੂੰ ਚੁੰਝ ਭਰ ਕੇ ਖਾ ਲਿਆ ਜਾਵੇ। ਭਾਵਨਾ ਰੱਬ ਦੀ ਪ੍ਰਾਪਤੀ ਨਹੀਂ, ਭਾਵਨਾ ਜੀਵ ਹੱਤਿਆ ਹੈ, ਭਾਵ ਆਪਣਾ ਮਨੋਰਥ ਪੇਟ ਪੂਰਤੀ ਤੱਕ ਹੈ। ਜੇਕਰ ਧਰਮ ਦਾ ਲਿਬਾਸ ਪਰਮਾਤਮਾ ਦੀ ਪ੍ਰਾਪਤੀ ਨਹੀਂ, ਸ਼ਿਕਾਰ ਹੀ ਕਰਨਾ ਹੈ ਜੀਵਾਂ ਦਾ, ਆ ਰਹੀ ਸੰਗਤ ਦਾ, ਤੇ ਫਿਰ ਸਤਿਗੁਰੂ ਜੀ ਆਖਦੇ ਹਨ ਕਿ ਭਾਈ ਉਹ ਤੇਰੀ ਬੰਗਲੇ ਵਰਗੀ ਸਮਾਧੀ ਹੈ। ਜਿਵੇਂ ਬੰਗਲਾ ਲਾ ਕੇ ਬੈਠਾ ਨਾ ਸਮਾਧੀ, ਫਿਰ ਤੇਰੀਆਂ ਅੱਖਾਂ ਮੀਟੀਆਂ ਦੇ ਵਿੱਚ ਤੇ ਉਸ ਬੰਗਲੇ ਦੀਆਂ ਅੱਖਾਂ ਮੀਟਣ ਦੇ ਵਿੱਚ ਕੋਈ ਅੰਤਰ ਨਹੀਂ। ਸਤਿਗੁਰੂ ਜੀ ਸਮਝਾਉਂਦੇ ਹਨ, ਮੁਖ ਝੂਠ ਬਭੂਖਨ ਸਾਰ, ਮੁਖ ਤੋਂ ਤਾਂ ਝੂਠ ਬੋਲਦਾ ਪਿਆ ਹੈ, ਜਿਤਨੇ ਵੀ ਕਾਰਜ ਕਹਿੰਦਾ ਪਿਆ, ਲੋਕਾਂ ਨੂੰ ਦੱਸਦਾ ਪਿਆ, ਉਹ ਝੂਠੀਆਂ ਹੀ ਗੱਲਾਂ ਕਰਦਾ, ਪਰ ਜਿਹੜੇ ਉਸ ਨੂੰ ਗਹਿਣੇ ਪਹਿਨਾਏ ਹਨ ਝੂਠ ਨੂੰ, ਉਹ ਬੜੇ ਹੀ ਸੁਚੱਜੇ ਹਨ, ਸ੍ਰੇਸ਼ਟ ਹਨ। ਭਾਵ ਝੂਠ ਬੋਲਦਾ ਪਰ ਸੱਚ ਦੇ ਚੰਗੇ ਗਹਿਣੇ ਪਹਿਨਾ ਕਰ, ਤੇ ਵੇਖਣ ਵਾਲੇ ਨੂੰ, ਸੁਣਨ ਵਾਲੇ ਨੂੰ ਉਹ ਜਿਹੜੀ ਗੱਲ ਹੈ ਨਾ, ਉਹ ਬਿਲਕੁਲ ਸੱਚੀ ਲੱਗਦੀ ਹੈ। ਇੱਕੋ ਗੱਲ ਨੂੰ ਬਾਰ-ਬਾਰ ਦੁਹਰਾਈ ਜਾਵੋ, ਬਹੁਤ ਲੋਕਾਂ ਦੁਆਰਾ ਅਖਵਾ ਦੇਵੋ, ਤੇ ਜਿਹੜਾ ਉਹ ਝੂਠ ਹੈ ਨਾ ਉਹ ਵੀ ਸੱਚ ਹੋ ਜਾਵੇਗਾ। ਵਿਦਵਾਨਾਂ ਨੇ ਇਹ ਗੱਲ ਦੱਸਣਾ ਕੀਤੀ, ਲੋਕਾਂ ਨੇ ਇਸ ਗੱਲ ਦਾ ਇੱਕ ਨਤੀਜਾ ਕੱਢਿਆ ਕਿ ਝੂਠੀ ਗੱਲ ਬਾਰ-ਬਾਰ ਕਰੋ ਤੇ ਝੂਠੀ ਗੱਲ ਨੂੰ ਪੂਰੇ ਵਿਸ਼ਵਾਸ ਦੇ ਨਾਲ, ਫੁੱਲ ਕੌਨਫੀਡੈਂਸ ਨਾਲ ਕਰ ਦੇਵੋ, ਲੋਕ ਵਿਸ਼ਵਾਸ ਕਰਨਗੇ। ਹੁਣ ਇਸੇ ਤੋਂ ਹੀ ਜਿਹੜੀ ਐਡਵਰਟਾਈਜ਼ਮੈਂਟ ਹੈ, ਮਸ਼ਹੂਰੀਆਂ ਹਨ, ਉਹ ਹਨ ਨਿਰੰਤਰ ਝੂਠ ਦਾ ਪ੍ਰਚਾਰ। ਪ੍ਰੋਡਕਟ ਬਾਰੇ, ਵਸਤੂ ਬਾਰੇ ਦੱਸਿਆ ਜਾਂਦਾ ਕਿ ਸਾਡੀ ਇਸ ਵਸਤੂ ਤੋਂ ਇਹ ਵਾਲੇ ਲਾਭ ਹੋਵਣਗੇ। ਨਿਰੰਤਰ ਮਨੁੱਖ ਵੇਖੀ ਜਾਂਦਾ, ਸੁਣਦਾ ਜਾਂਦਾ, ਤੇ ਉਸ ਦੇ ਉੱਪਰ ਪ੍ਰਭਾਵ ਪੈਂਦਾ। ਅਸੀਂ ਫਿਰ ਵਸਤੂਆਂ ਖਰੀਦਦੇ ਹਾਂ ਕਿ ਟੈਲੀਵਿਜ਼ਨ ਦੇ ਉੱਪਰ, ਅਖਬਾਰ ਦੇ ਉੱਪਰ ਪੜ੍ਹਿਆ ਸੀ ਇਹ ਬਹੁਤ ਕੁਝ ਚੰਗਾ ਹੈ, ਲਿਖਿਆ ਝੂਠ, ਬੋਲਿਆ ਝੂਠ, ਬਾਰ-ਬਾਰ ਰਿਪੀਟ ਕੀਤਾ ਗਿਆ, ਬਾਰ-ਬਾਰ ਆਖਿਆ ਗਿਆ, ਤੇ ਜਿਹੜੇ ਗਹਿਣੇ ਸੀ ਉਸ ਨੂੰ ਬੜੇ ਚੰਗੇ ਪਹਿਨਾਏ, ਸ਼ਕਲੋ ਸੂਰਤ ਬੜੀ ਚੰਗੀ ਸੀ, ਦਿਖਾਵਾ ਬੜਾ ਸੁਚੱਜਾ ਹੋ ਗਿਆ, ਤੇ ਮਨੁੱਖ ਨੇ ਮੰਨ ਲਿਆ ਕਿ ਇਹ ਸੱਚ ਹੈ। ਹੁਣ ਹੋਰ ਕੀ ਕਾਰਜ ਕੀਤੇ ਜੀ? ਤ੍ਰੈਪਾਲ ਤਿਹਾਲ ਵਿਚਾਰੰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਤ੍ਰੈਪਾਲ, ਤਿੰਨਾਂ ਪੰਕਤੀਆਂ ਵਾਲੀ ਤੇ ਪਦੇ ਦੇ ਰੂਪ ਦੇ ਵਿੱਚ ਤਿੰਨ ਪਾਲਾਂ ਵਾਲੀ ਜਿਹੜੀ ਗਾਇਤਰੀ ਮੰਤਰ ਹੈ ਨਾ, ਜਿਸ ਨੂੰ ਸਨਾਤਨ ਮਤ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਬੜਾ ਹੀ ਪਵਿੱਤਰ ਛੰਦ ਮੰਨਿਆ ਜਾਂਦਾ ਹੈ,
ਤੇ ਹਰੇਕ ਜਿਹੜਾ ਧਾਰਮਿਕ ਮਨੁੱਖ ਹੈ, ਹਰੇਕ ਹੀ ਹਿੰਦੂ ਵੀਰ ਇਸ ਦਾ ਜਾਪ ਸੰਧਿਆ ਕਰਨ ਵੇਲੇ ਹੋਰ ਸਮਿਆਂ ਦੇ ਵਿੱਚ ਪੜ੍ਹਦਾ ਜੀ। ਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਇਸ ਮੰਤਰ ਦਾ ਪ੍ਰੇਮ ਦੇ ਨਾਲ ਪਾਠ ਕੀਤਿਆਂ ਜਿਹੜੇ ਪਾਪ ਹਨ ਉਹਨਾਂ ਦੀ ਨਿਵਰਤੀ ਹੋ ਜਾਂਦੀ। ਤੇ ਰਿਗਵੇਦ ਦੇ 3 ਮੰਡਲ ਦੇ ਵਿੱਚ ਇਸ ਨੂੰ ਉਚਾਰਨ ਕੀਤਾ ਹੈ। ਲਿਖਿਆ ਹੋਇਆ 3 ਪਾਲਾਂ ਵਾਲਾ ਤੇ ਪਦਾ ਤ੍ਰਿਹਾਲ ਭਾਵ ਤ੍ਰਿਪਾਲ ਜਿਹੜਾ ਨਾ ਭਾਵ ਗਾਇਤਰੀ ਜਿਹੜਾ ਮੰਤਰ ਹੈ, ਸਤਿਗੁਰੂ ਜੀ ਆਖਦੇ ਹਨ ਕਿ ਇਸ ਮੰਤਰ ਨੂੰ ਨਿਰੰਤਰ ਵਿਚਾਰਦਾ ਹੈ, ਪੜ੍ਹਦਾ ਹੈ। ਭਾਵ ਕੋਈ ਵੀ ਧਾਰਮਿਕ ਗ੍ਰੰਥ ਦਾ ਕੋਈ ਵੀ ਮੰਤਰ ਪੜ੍ਹਦਾ ਤਾਂ ਪਿਆ, ਪਰ ਮਨੁੱਖ ਉਸ ਦੇ ਉੱਪਰ ਵਿਚਾਰ ਨਹੀਂ ਕਰਦਾ ਹੈ। ਹੁਣ ਅਸੀਂ ਪੜ੍ਹਦੇ ਸਾਰੇ ਹਾਂ, ਜਾਣਦੇ ਹਾਂ ਕਿ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ, ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਪਰ ਜਿੱਥੇ ਸਾਨੂੰ ਮਿਲੇ ਪਰਾਇਆ ਹੱਕ ਅਸੀਂ ਛੱਡਦੇ ਹੀ ਨਹੀਂ, ਅਸੀਂ ਪ੍ਰਾਪਤ ਕਰਦੇ ਹਾਂ। ਸਾਂਝੀ ਵੱਟ ਅਸੀਂ ਵੱਢਦੇ, ਉਸ ਤੋਂ ਰੁਕਦੇ ਨਹੀਂ। ਸ਼ਾਮਲਟ ਥਾਂ ਨੂੰ ਮਿਲਾਉਣ ਤੋਂ ਅਸੀਂ ਪਿੱਛੇ ਨਹੀਂ ਹਟਦੇ ਹੋਵਾਂਗੇ। ਹੋਰ ਜਿਹੜੇ ਕਾਰਜ ਹਨ, ਘੱਟ ਤੁਲਨਾ ਪੂਰਾ ਨਾ ਤੁਲਨਾ, ਮਿਲਾਵਟ ਆਦਿਕ, ਜਿੱਥੇ ਜਿੱਥੇ ਜਿਹੜੇ ਜਿਹੜੇ ਵੀ ਕਾਰਜ ਹਨ ਉਹਨਾਂ ਦੇ ਵਿੱਚ ਅਸੀਂ ਮਿਲਾਵਟ ਕਰਦੇ ਜਾਂਦੇ ਹਾਂ, ਇਮਾਨਦਾਰੀ ਨਹੀਂ। ਤਾਂ ਪੜ੍ਹਦੇ ਅਸੀਂ ਸਾਰੇ ਹਾਂ। ਤਾਂ ਕੋਈ ਵੀ ਧਾਰਮਿਕ ਮੰਤਰ, ਧਾਰਮਿਕ ਗ੍ਰੰਥ, ਉਸ ਦੀਆਂ ਪਾਵਨ ਪੰਕਤੀਆਂ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਆਖਦੇ ਹਾਂ ਕਿ ਉਸ ਨੂੰ ਵਿਚਾਰਦੇ ਵੀ ਹਨ। ਤੇ ਨਾਲ ਹੋਰ ਕੀ ਧਰਮ ਦੇ ਕਾਰਜ ਕੀਤੇ ਜੀ। ਗਲ ਮਾਲਾ ਤਿਲਕ ਲਿਲਾਟ, ਗਲ ਦੇ ਵਿੱਚ ਮਾਲਾ ਵੀ ਪਾਈ ਹੋਈ ਜੀ, ਤੁਲਸੀ ਦੀ ਮਾਲਾ, ਰੁਦਰਾਕਸ਼ ਦੀ ਮਾਲਾ, ਤੇ ਨਾਲ ਸਤਿਗੁਰੂ ਜੀ ਆਖਦੇ ਹਨ ਕਿ ਤਿਲਕ ਵੀ ਮੱਥੇ ਦੇ ਉੱਪਰ ਲਾਇਆ ਹੋਇਆ ਹੈ। ਸਾਰੇ ਹੀ ਸਾਰੇ ਧਰਮ ਦੇ ਜਿਹੜੇ ਕਾਰਜ ਹਨ ਉਹ ਕਰਦਾ, ਧਰਮਕ ਦੇ ਚਿੰਨ੍ਹ ਧਾਰਨ ਕਰਦਾ ਪਿਆ। 2 ਧੋਤੀ ਬਸਤਰ ਕਪਾਟ, 2 ਧੋਤੀਆਂ ਰੱਖੀਆਂ, ਸਵੇਰ ਵਾਸਤੇ ਅਲੱਗ, ਸ਼ਾਮ ਨੂੰ ਅਲੱਗ। ਲਘੂ ਸ਼ੰਕਾ ਦੀਰਘ ਸ਼ੰਕਾ ਕਰਨ ਵਾਸਤੇ ਅਲੱਗ ਤੋਂ। ਆਮ ਜਦੋਂ ਪੂਜਾ ਪਾਠ ਕਰਨਾ ਹੈ ਉਸ ਵੇਲੇ ਧੋਤੀ ਅਲੱਗ ਤੋਂ। ਤੇ ਜਦੋਂ ਧਰਮ ਦਾ ਕਾਰਜ ਕਰਨਾ, ਗਾਇਤਰੀ ਮੰਤਰ ਦਾ ਜਾਪ ਕਰਨਾ, ਧਰਮ ਗ੍ਰੰਥਾਂ ਨੂੰ ਪੜ੍ਹਨਾ ਨਾ, ਤੇ ਸਿਰ ਦੇ ਉੱਪਰ ਰੇਸ਼ਮੀ ਕੱਪੜਾ ਰੱਖਦਾ ਹੈ, ਰੇਸ਼ਮੀ ਕੱਪੜੇ ਪਹਿਨਦਾ। ਤੇ ਮਨੌਤ ਹੈ ਕਿ ਰੇਸ਼ਮ ਦਾ ਕੱਪੜਾ ਜਿਹੜਾ ਨਾ ਉਹ ਪਵਿੱਤਰ ਬੜਾ। ਹਜ਼ਾਰਾਂ ਕੀੜਿਆਂ ਨੂੰ, ਰੇਸ਼ਮ ਦਿਆਂ ਨੂੰ ਮਾਰ ਕੇ ਉਹ ਕੱਪੜਾ ਤਿਆਰ ਕੀਤਾ। ਤੇ ਉਹ ਕੱਪੜਾ ਪਵਿੱਤਰ ਕਿਸ ਤਰ੍ਹਾਂ ਹੋ ਗਿਆ ਇਹ ਸਮਝ ਨਹੀਂ ਆਈ ਜੀ। ਇੰਨੇ ਜੀਵ ਮਾਰ ਕੇ ਇੱਕ ਕੱਪੜਾ ਤਿਆਰ ਕੀਤਾ ਜਾ ਰਿਹਾ ਤੇ ਆਖਿਆ ਜਾ ਰਿਹਾ ਉਹ ਪਵਿੱਤਰ ਕੱਪੜਾ ਹੈ ਰੇਸ਼ਮ ਦਾ। ਰੇਸ਼ਮ ਦਾ ਕੀੜਾ ਮਰਿਆ ਫਿਰ ਹੀ ਉਹ ਪ੍ਰਾਪਤ ਹੋਇਆ ਹੈ ਜੀ। ਖੈਰ ਜੀ, ਧੋਤੀਆਂ ਵੀ 2 ਰੱਖੀਆਂ ਤੇ ਸਿਰ ਦੇ ਉੱਪਰ ਕੱਪੜਾ ਵੀ ਰੱਖ ਲੈਂਦਾ। ਤੇ ਸਤਿਗੁਰੂ ਜੀ ਆਖਦੇ ਹਨ ਜੇ ਜਾਣਸ ਬ੍ਰਹਮੰ ਕਰਮੰ, ਜੇਕਰ ਇਹ ਜਾਣਦਾ ਹੋਵੇ ਕਿ ਭਾਈ ਇਹ ਸਾਰੇ ਦੇ ਸਾਰੇ ਜਿਹੜੇ ਕਾਰਜ ਹਨ ਇਹਨਾਂ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ ਹੈ। ਬ੍ਰਹਮ ਦੀ ਪ੍ਰਾਪਤੀ ਵਾਸਤੇ, ਰੱਬ ਨੂੰ ਜਾਣਨ ਵਾਸਤੇ ਕੰਮ ਨਹੀਂ ਹਨ। ਜੇ ਜਾਣਸ ਬ੍ਰਹਮੰ ਕਰਮੰ, ਪਰ ਜੇ ਇਹ ਪੰਡਤ ਰੱਬ ਦੀ ਸਿਫਤ ਸਲਾਹ ਦਾ ਕੰਮ ਜਾਣਦਾ ਹੋਵੇ, ਜੇਕਰ ਵਾਕਿਆ ਹੀ ਪਤਾ ਹੋਵੇ, ਵਿਸ਼ਵਾਸ ਹੋਵੇ ਕਿ ਰੱਬ ਨੂੰ ਪ੍ਰਾਪਤ ਕਿਵੇਂ ਕਰਨਾ ਹੈ, ਸਭ ਫੋਕਟ ਨਿਸ਼ਚੋ ਕਰਮੰ, ਤਾਂ ਜ਼ਰੂਰ ਇਸ ਗੱਲ ਦੇ ਉੱਪਰ ਆਵੇਗਾ ਕਿ ਜਿਤਨੇ ਵੀ ਕਾਰਜ ਹਨ ਇਹ ਸਾਰੇ ਦੇ ਸਾਰੇ ਫੋਕਟ ਦੇ ਫੋਕੇ ਹੀ ਕੰਮ ਹਨ। ਕੋਈ ਵੀ ਲਾਭਦਾਇਕ ਜਾਂ ਪਰਮਾਤਮਾ ਦੀ ਪ੍ਰਾਪਤੀ ਵਾਲਾ ਨਹੀਂ। ਵਿਅਰਥ ਹਨ ਕੰਮ, ਫੋਕੇ ਹੀ ਕੰਮ ਹਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ, ਕਹੋ ਨਾਨਕ ਨਿਸ਼ਚੋਂ ਧਿਆਵੈ। ਗੁਰੂ ਪਾਤਸ਼ਾਹ ਮਹਾਰਾਜ ਜੀ ਆਖਦੇ ਹਨ ਕਿ ਨਿਸ਼ਚਾ ਭਾਵ ਸ਼ਰਧਾ, ਭਾਵ ਇੱਕ ਯਕੀਨ ਧਾਰ ਕੇ ਜੇਕਰ ਉਹ ਮਾਲਕ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਦਾ ਹੈ ਨਾ, ਉਸ ਮਾਲਕ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦਾ ਨਾ, ਤੇ ਮਾਲਕ ਜੀ ਸਮਝਾਉਂਦੇ ਹਨ ਬਿਨ ਸਤਿਗੁਰ ਵਾਟ ਨਾ ਪਾਵੈ। ਤਾਂ ਇਹੋ ਇੱਕ ਕੇਵਲ ਰਸਤਾ ਪਰਮਾਤਮਾ ਦੀ ਪ੍ਰਾਪਤੀ ਦਾ, ਪਰ ਇਹ ਰਸਤਾ ਸਤਿਗੁਰੂ ਤੋਂ ਬਿਨਾ ਪ੍ਰਾਪਤ ਨਹੀਂ ਹੁੰਦਾ ਹੈ। ਇੱਕੋ ਹੀ ਕਾਰਜ, ਜਿਤਨੇ ਵੀ ਧਰਮ ਦੇ ਕਾਰਜ ਦਿਖਾਵੇ ਦੇ ਹਨ, ਛੱਡ ਕਰ ਇੱਕ ਯਕੀਨ ਕਰੇ, ਭਰੋਸਾ ਕਰੇ ਪਰਮਾਤਮਾ ਦੀ ਭਗਤੀ ਦਾ, ਤੇ ਗੁਰੂ ਦੇ ਬਚਨਾਂ ਦੇ ਉੱਪਰ ਯਕੀਨ ਕਰਦਾ ਹੋਵੇ, ਪਰਮਾਤਮਾ ਜੀ ਨੂੰ ਉਹ ਪ੍ਰਾਪਤ ਕਰ ਲਵੇਗਾ। ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਕੱਪੜ ਰੂਪ ਸੁਹਾਵਣਾ, ਛੜ ਦੁਨੀਆ ਅੰਦਰ ਜਾਵਣਾ। ਇਹ ਸੋਹਣਾ ਸਰੀਰ ਤੇ ਸੋਹਣਾ ਰੂਪ ਇਸੇ ਜਗਤ ਦੇ ਵਿੱਚ ਜੀਵਾਂ ਨੇ ਛੱਡ ਕੇ ਤੁਰ ਜਾਣਾ ਹੈ।
ਜਿਵੇਂ ਸੋਹਣੇ ਕੱਪੜੇ ਪਾਏ ਆਖਰ ਬਦਲਨੇ ਹੀ ਪੈਂਦੇ ਹਨ ਕਿ ਭਾਈ ਹੁਣ ਗੰਦੇ ਹੋ ਚੁੱਕੇ ਹਨ, ਖਰਾਬ ਹੋ ਚੁੱਕੇ। ਰੂਪ ਵੀ ਸੋਹਣਾ ਪ੍ਰਾਪਤ ਹੋਇਆ, ਸੋਹਣਾ ਸਰੀਰ ਹੈ, ਸੋਹਣਾ ਰੂਪ ਹੈ, ਪਰ ਇੱਕ ਦਿਨ ਇਸ ਦੁਨੀਆ ਦੇ ਅੰਦਰ ਇਹ ਸਰੀਰ ਨੂੰ ਛੱਡ ਕੇ ਜਾਣਾ ਹੀ ਜਾਣਾ ਹੈ। ਕੋਈ ਇਸ ਦੀ ਇੱਥੇ ਨਹੀਂ ਰਹਿ ਸਕਦਾ, ਨਾ ਇਹ ਆਖੇਗਾ ਕਿ ਮੇਰਾ ਸਰੀਰ ਮੈਂ ਨਾਲ ਹੀ ਲੈ ਕੇ ਜਾਣਾ ਹੈ। ਸੋ ਜਿੰਨਾ ਅਸੀਂ ਯਤਨ ਸਰੀਰ ਨੂੰ ਸਵਾਰਨ ਤੇ ਕਰਦੇ ਹਨ, ਉਹ ਤੋਂ ਅੱਧਾ ਯਤਨ ਵੀ ਜੇਕਰ ਮਨ ਨੂੰ ਸਵਾਰਨ ਤੇ ਕੀਤਾ ਹੋਵੇ, ਵਿਚਾਰਾਂ ਨੂੰ ਧੋਣ ਤੇ ਵਿਚਾਰਾਂ ਨੂੰ ਸਵਾਰਨ ਤੇ ਕੀਤਾ ਹੋਵੇ ਨਾ, ਤਾਂ ਮਾਲਕ ਦੇ ਦਰ ਤੇ ਅਸੀਂ ਸੁਚੱਜੇ ਪਹੁੰਚ ਸਕਦੇ ਹਾਂ। ਜੀਵਨ ਸੁਚੱਜਾ ਹੋਵੇਗਾ। ਮਾਲਕ ਜੀ ਨੇ ਫਿਰ ਨਾਲ ਹੀ ਸਾਨੂੰ ਸਮਝਾਇਆ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹਰੇਕ ਜੀਵ ਆਪੋ ਆਪਣੇ ਕੀਤੇ ਹੋਏ ਜਿਹੜੇ ਚੰਗੇ ਤੇ ਮਾੜੇ ਕਰਮ ਹਨ, ਕੰਮ ਹਨ, ਉਹਨਾਂ ਦਾ ਫਲ ਆਪ ਹੀ ਭੋਗਦਾ ਹੈ। ਸਤਿਗੁਰੂ ਜੀ ਨੇ ਸਮਝਾਇਆ ਸੀ ਨਾ ਇੱਕ ਰੋਜ਼ ਪਹਿਲਾਂ ਵੀ, ਪਿਛਲੀ ਪੌੜੀ ਦੇ ਵਿੱਚ ਵੀ, ਕਿ ਇਹ ਨਹੀਂ ਹੋ ਸਕਦਾ ਕਿ ਪੜਿਆ ਹੋਵੇ ਗੁਣਹਗਾਰ ਤਾਂ ਓਮੀ ਸਾਧ ਨ ਮਾਰੀਐ। ਇਹ ਨਹੀਂ ਹੋ ਸਕਦਾ ਕਿ ਇੱਕ ਨੇ ਕੋਈ ਕਾਰਜ ਕੀਤਾ ਤੇ ਉਸ ਦੀ ਸਜ਼ਾ ਦੂਜੇ ਨੂੰ ਪ੍ਰਾਪਤ ਹੋਵੇ। ਨਹੀਂ, ਜਿਹਾ ਬੀਜਾ ਸੋ ਲੁਣਾ ਕਰਮਾ ਸੰਧੜਾ ਖੇਤ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਮੰਦੇ ਚੰਗੇ ਕਰਮਾਂ ਦਾ ਫਲ ਮਨੁੱਖ ਨੂੰ ਆਪ ਹੀ ਭੋਗਣਾ ਪੈਂਦਾ। ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਜਿਸ ਮਨੁੱਖ ਨੇ ਸੰਸਾਰ ਦੇ ਵਿੱਚ ਮਨ ਮੰਨੀਆਂ ਹਕੂਮਤਾਂ ਕੀਤੀਆਂ ਹਨ, ਹੁਕਮ ਕੀਏ ਮਨ ਭਾਵਦੇ, ਮਨ ਭਾਉਂਦੇ ਹੁਕਮ ਲੋਕਾਂ ਦੇ ਉੱਪਰ ਕੀਤੇ ਹਨ, ਮਤਾਂ ਸੋਚੇ ਕਿ ਉਸ ਦਾ ਅਗਲਾ ਸਮਾਂ ਜਿਹੜਾ ਜਾਂ ਬਾਅਦ ਵਾਲਾ ਜਿਹੜਾ ਸਮਾਂ ਨਾ, ਉਹ ਕੋਈ ਸੌਖਾ ਹੋਵੇਗਾ। ਉਸ ਨੂੰ ਅਗਾਂਹ ਔਖੀਆਂ ਘਾਟੀਆਂ ਦੇ ਵਿੱਚੋਂ ਲੰਘਣਾ ਪਵੇਗਾ। ਵਧੀਕੀਆਂ ਦੇ ਕੀਤੇ ਹੋਏ ਜਿਹੜੇ ਕਾਰਜ ਹਨ, ਉਹ ਫਿਰ ਕਸ਼ਟ ਉਸ ਨੂੰ ਸਹਿਣੇ ਹੀ ਪੈਣਗੇ। ਅਸੀਂ ਰਾਜਨੇਤਾਵਾਂ ਵੱਲ ਵੇਖ ਸਕਦੇ ਹਾਂ ਕਿ ਆਪਣੇ ਸਮੇਂ ਦੇ ਵਿੱਚ ਬੜੀਆਂ ਹਕੂਮਤਾਂ ਕੀਤੀਆਂ, ਪਰ ਨਦਰੋਂ ਪੱਠੀ ਜੇਕਰ ਇਹ ਸੁਲਤਾਨਾ ਘਾਉ ਕਰਾਏਦਾ, ਦਰ ਮੰਗਣ ਭਿੱਖ ਨ ਪਾਏਦਾ। ਬੜਾ ਜੀਵਨ ਇਸ ਪ੍ਰਕਾਰ ਦਾ ਵੇਖਣ ਨੂੰ ਪ੍ਰਾਪਤ ਹੁੰਦਾ ਹੈ ਕਿ ਹੁਕਮ ਕੀਏ ਮਨ ਭਾਵਦੇ, ਮਨ ਭਾਉਂਦੇ ਹੁਕਮ ਕੀਤੇ, ਤੇ ਅਗਾਂਹ ਫਿਰ ਬਾਅਦ ਵਾਲਾ ਜੀਵਨ ਜਾਂ ਅਗਲਾ ਜੀਵਨ ਉਸ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਤੇ ਸਤਿਗੁਰੂ ਜੀ ਨੇ ਸਮਝਾ ਦਿੱਤਾ, ਨੰਗਾ ਦੋਚਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਕਿ ਭਾਈ ਇਹੋ ਜਿਹਾ ਜਿਹੜਾ ਜੀਵ ਹੈ ਨਾ, ਉਹ ਨੰਗਾ ਹੈ, ਤੇ ਇਥੋਂ ਕੀਤੇ ਹੋਏ ਕਰਮਾਂ ਸਦਕਾ ਜਿਹੜੇ ਪਾਪ ਕੀਤੇ ਸੀ ਨਾ, ਉਸ ਦਾ ਨਕਸ਼ਾ ਉਸ ਦੇ ਸਾਹਮਣੇ ਫਿਰ ਰੱਖਿਆ ਜਾਂਦਾ ਤੇ ਦੋਜ਼ਖ ਵਾਲੇ ਪਾਸੇ, ਨਰਕਾਂ ਵਾਲੇ ਪਾਸੇ ਉਸ ਨੂੰ ਖੜਿਆ ਜਾਂਦਾ। ਤੇ ਉਸ ਵੇਲੇ ਉਸ ਨੂੰ ਬੜਾ ਹੀ ਆਪਣਾ ਜਿਹੜਾ ਰੂਪ ਹੈ ਨਾ ਤੇ ਕੀਤੇ ਹੋਏ ਕੰਮ ਜਦੋਂ ਸਾਹਮਣੇ ਆਉਂਦੇ ਹਨ, ਬੜਾ ਹੀ ਡਰਾਵਨਾ ਸਾਰਾ ਕੁਝ ਦਿਖਾਈ ਦਿੰਦਾ ਹੈ। ਕਿਤੇ ਅੰਦਰ ਅਸੀਂ ਜਿਉਂਦੇ ਜੀ ਵੀ ਝਾਤੀ ਮਾਰ ਕੇ ਵੇਖ ਲਈਏ, ਜਾਂ ਅੱਜ ਤੋਂ ਪਹਿਲਾਂ ਜਿਤਨੇ ਕੰਮ ਕੀਤੇ ਹਨ ਉਹਨਾਂ ਦੇ ਉੱਪਰ ਨਜ਼ਰਸਾਨੀ ਮਾਰ ਕੇ ਵੇਖ ਲਈਏ ਨਾ, ਤੇ ਜੇਕਰ ਅਸੀਂ ਆਪਣੇ ਪ੍ਰਤੀ ਪੂਰੇ ਇਮਾਨਦਾਰ ਹੋਵਾਂਗੇ ਨਾ, ਤੇ ਫਿਰ ਭਾਈ ਜ਼ਰੂਰ ਅੰਦਰ ਕਾਂਬਾ ਇੱਕ ਵਾਰ ਛਿੜਦਾ ਹੀ ਹੋਵੇਗਾ ਕਿ ਇਹ ਵੀ ਕਾਰਜ ਅਸਾਂ ਕੀਤੇ, ਉਹ ਵੀ ਕਾਰਜ ਅਸਾਂ ਨੇ ਕੀਤੇ। ਜੇਕਰ ਜ਼ਰੂਰ ਅਸੀਂ ਆਪਣੇ ਪ੍ਰਤੀ ਇਮਾਨਦਾਰ ਹੋ ਕਰ ਆਪਣੇ ਅੰਦਰ ਆਪ ਝਾਤੀ ਮਾਰੀਏ, ਤੇ ਜੋ ਅੱਜ ਤੋਂ ਪਹਿਲਾਂ ਕੀਤੇ ਹੋਏ ਕੰਮ ਕਿਸੇ ਪ੍ਰਤੀ, ਆਪਣੇ ਪ੍ਰਤੀ ਕਿਸੇ ਨੂੰ ਬੋਲੇ ਹਨ, ਉਹਨਾਂ ਨੂੰ ਜੇਕਰ ਵੇਖਾਂਗੇ ਨਾ, ਤੇ ਵਾਕਿਆ ਹੀ ਨਰਕਾਂ ਵਾਲਾ ਜਿਹੜਾ ਕਾਰਜ ਹੈ ਉਹ ਸਾਡੇ ਸਾਹਮਣੇ ਹੋਵੇਗਾ ਤੇ ਆਪਣਾ ਰੂਪ ਸਾਨੂੰ ਡਰਾਉਣਾ ਲੱਗਦਾ ਹੋਵੇਗਾ। ਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ, ਕਰ ਔਗਣ ਪਛੋਤਾਵਣਾ। ਭੈੜੇ ਕੰਮ ਕਰਕੇ, ਮਾੜੇ ਕੰਮ ਕਰਕੇ ਆਖਰ ਦੇ ਵਿੱਚ ਜੀਵਨ ਨੂੰ ਪਛਤਾਉਣਾ ਹੀ ਪੈਂਦਾ ਹੈ। ਤਾਂ ਸਮਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਹਨ ਕਿ ਭਾਈ ਸਮੇਂ ਦੇ ਅਨੁਕੂਲ ਫਿਰ ਮਾੜਾ ਕੰਮ ਕਦੇ ਨਾ ਕੀਤਾ ਜਾਵੇ ਜੀ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਭੁੱਲ ਕੇ ਵੀ ਐਸਾ ਕੰਮ ਨਾ ਕੀਤਾ ਜਾਵੇ ਕਿ ਮੁੜ ਫਿਰ ਇਸ ਦੇ ਉੱਪਰ ਪਛਤਾਉਣਾ ਪੈ ਜਾਵੇ, ਕਿਉਂਕਿ ਜਿਹੜੇ ਅਸੀਂ ਕਾਰਜ ਕੀਤੇ ਹਨ ਉਹਨਾਂ ਦਾ ਫਲ ਸਾਨੂੰ ਪ੍ਰਾਪਤ ਹੋਵੇਗਾ।
ਜੋ ਹੁਣ ਤੋਂ ਪਹਿਲਾਂ, ਇਸ ਸਮੇਂ ਤੋਂ, ਇਸ ਟਾਈਮ ਤੋਂ ਪਹਿਲਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ, ਕੱਲ ਪਰਸੋਂ, ਪਿਛਲੇ ਹਫ਼ਤੇ, ਪਿਛਲੇ ਮਹੀਨੇ, ਪਿਛਲੇ ਸਾਲ ਬੀਜਿਆ ਨਾ, ਤੇ ਉਹ ਨਿਰੰਤਰ ਅਗਾਂਹ ਆਉਣ ਵਾਲੇ ਜੀਵਨ ਦੇ ਵਿੱਚ ਉੱਗ ਕੇ ਸਾਨੂੰ ਉਹਦਾ ਫਲ ਪ੍ਰਾਪਤ ਹੋ ਕੇ ਮਿਲਦਾ ਰਹੇਗਾ। ਤੇ ਅਸੀਂ ਫਿਰ ਕਹਿ ਨਹੀਂ ਸਕਦੇ ਕਿ ਭਾਈ ਕਿਸੇ ਕਰਕੇ ਸਾਨੂੰ ਇਹ ਦੁੱਖ ਪ੍ਰਾਪਤ ਹੋਇਆ। ਸਗੋਂ ਸਤਿਗੁਰੂ ਜੀ ਸਮਝਾਉਂਦੇ ਹਨ, ਦੱਦਾ ਦੋਸ਼ ਨ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਕਿਸੇ ਹੋਰ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਜੀ। ਬੱਚਾ ਨਾ ਪੜ੍ਹੇ ਤੇ ਆਖੇ ਮੈਂ ਫੇਲ ਹੋ ਗਿਆ, ਕਿਸੇ ਦੂਸਰੇ ਦਾ ਕਸੂਰ ਹੈ। ਇਸ ਵਾਰ ਜਿਹੜਾ ਸੀ ਸਾਡੇ ਸੁਪਰਡੈਂਟ ਉਹ ਸੁਚੱਜਾ ਨਹੀਂ ਆਇਆ, ਉਸਨੇ ਨਕਲ ਨਹੀਂ ਮਾਰਨ ਦਿੱਤੀ, ਜਾਂ ਫਿਰ ਇਹ ਆਖੇ ਕਿ ਇਸ ਵਾਰੀ ਪੇਪਰ ਔਖਾ ਆ ਗਿਆ ਸੀ। ਦੋਸ਼ ਦੂਜੇ ਨੂੰ ਨਹੀਂ ਦਿੱਤਾ ਜਾ ਸਕਦਾ। ਟੀਚਰਾਂ ਨੇ ਨਹੀਂ ਪੜ੍ਹਾਇਆ। ਭਾਈ ਸਾਲਕ ਤੂੰ ਵੀ ਸਕੂਲ ਦੇ ਵਿੱਚ ਗਿਆ ਹੈ, ਤੂੰ ਵੀ ਵੇਖਿਆ ਹੈ ਕਿਤਾਬਾਂ ਨੂੰ, ਪਰ ਜੇਕਰ ਬਿਲਕੁਲ ਫਰੈਸ਼ ਕਿਤਾਬਾਂ ਉਸੇ ਪ੍ਰਕਾਰ ਵਾਪਸ ਕਰ ਦਿੱਤੀਆਂ ਜੀ, ਤੇ ਫਿਰ ਅਸੀਂ ਆਖੀਏ ਕਿ ਸਾਡੇ ਨੰਬਰ ਘੱਟ ਆਏ, ਅਸੀਂ ਫੇਲ ਹੋ ਗਏ। ਦੋਸ਼ ਕਿਸੇ ਹੋਰ ਦਾ ਨਹੀਂ, ਦੋਸ਼ ਸਾਡਾ ਆਪਣਾ ਹੀ ਹੋਵੇਗਾ। ਤੁਰਨ ਵਾਲੇ ਪਾਸੇ ਧਿਆਨ ਨਾ ਹੋਵੇ, ਠੇਡਾ ਲੱਗੇਗਾ। ਪੜ੍ਹਨ ਵਾਲੇ ਪਾਸੇ ਬੱਚੇ ਦਾ ਧਿਆਨ ਨਾ ਹੋਵੇ, ਫੇਲ ਹੋਵੇਗਾ। ਜ਼ਿੰਦਗੀ ਜਿਉਣ ਵਾਲੇ ਪਾਸੇ ਧਿਆਨ ਨਾ ਹੋਵੇ ਤੇ ਮਨੁੱਖ ਸੁਚੱਜੀ ਜ਼ਿੰਦਗੀ ਵੀ ਨਹੀਂ ਜਿਉ ਸਕਦਾ। ਖਾਣ ਪੀਣ ਦੇ ਉੱਪਰ ਸੁਚੱਜਾ ਨਿਰੰਤਰ ਨਾ ਹੋਵੇ ਤੇ ਮਨੁੱਖ ਬਿਮਾਰ ਹੋਵੇਗਾ ਜੀ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਫਿਰ ਜਿਸ ਪ੍ਰਕਾਰ ਦੇ ਤੂੰ ਕਾਰਜ ਕਰੇਂਗਾ ਫਲ ਪ੍ਰਾਪਤ ਹੋਵੇਗਾ। ਤੇ ਆਖਰ ਦੇ ਵਿੱਚ ਕਰ ਔਗਣ ਪਛੋਤਾਵਣਾ, ਆਖਰ ਔਗਣ ਕਰਕੇ, ਮਾੜੇ ਕਾਰਜ ਕਰਕੇ ਪਛਤਾਉਣਾ ਹੀ ਪਵੇਗਾ। ਸ਼ਾਬਾਸ਼ ਕਿਸੇ ਰੂਪ ਦੇ ਵਿੱਚ ਵੀ ਪ੍ਰਾਪਤ ਨਹੀਂ ਹੋਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾਂ ਸਿੰਬਲ ਰੁੱਖ ਦੀ ਉਦਾਹਰਨ ਸਾਡੇ ਨਾਲ ਸਾਂਝੀ ਕੀਤੀ। ਸ਼ਿਕਾਰੀ ਦੇ ਸੰਬੰਧ ਦੇ ਵਿੱਚ ਨਾਲ ਮਿੱਠਤ, ਮਿਠਾਸ, ਨਿਮਰਤਾ ਉਸ ਦੇ ਸੰਬੰਧ ਵਿੱਚ ਸਮਝਾਇਆ ਜੀ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਿਖਾਵੇ ਦੇ ਧਰਮ ਦੇ ਕਾਰਜ ਉਹਨਾਂ ਬਾਰੇ ਦੱਸਿਆ, ਤੇ ਫਿਰ ਇਹ ਵੀ ਦੱਸਿਆ ਕਿ ਭਾਈ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜਿਸ ਪ੍ਰਕਾਰ ਦਾ ਕਾਰਜ ਕਰੇਗਾ ਫਲ ਉਹ ਹੀ ਪ੍ਰਾਪਤ ਹੋਵੇਗਾ। ਮਾਲਕ ਦੀ ਦਰਗਾਹ ਦੇ ਵਿੱਚ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢਾ ਜਜਮਾਲਿਆ। ਉੱਥੇ ਸੱਚ ਦਾ ਨਿਬੇੜਾ ਹੋਵੇਗਾ, ਖੋਟੇ ਬਾਹਰ ਕੱਢ ਦਿੱਤੇ ਜਾਵਣਗੇ। ਬਖਸ਼ਿਸ਼ ਕੀਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਕਿ ਜੀਵ ਸੁਚੱਜਾ ਜੀਵਨ ਜਿਉਂਦੇ ਹੋਵਨ, ਔਗਣਾਂ ਤੋਂ ਬਚਨ, ਗੁਣਾਂ ਨੂੰ ਪ੍ਰਾਪਤ ਕਰਨ, ਜੀਵਨ ਦੇ ਵਿੱਚ ਗੁਣਾਂ ਦੇ ਧਾਰਨੀ ਹੋਵਨ, ਤਾਂ ਕਿ ਸੰਸਾਰ ਤੇ ਆਇਆ ਜੀਵ ਦਾ ਸੁਚੱਜਾ ਹੋ ਜਾਵੇ ਜੀ। ਮਾਲਕ ਜੀ ਰਹਿਮਤ ਕਰਨ, ਕਿਰਪਾ ਕਰਨ, ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਦਰੋਂ ਘਰੋਂ ਸਿੱਖੀ, ਨਾਮਦਾਨ, ਭਰੋਸਾ ਦਾਨ ਬਖਸ਼ਿਸ਼ ਕਰਨ ਜੀ। ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ, ਆਪਸੀ ਪਰਸਪਰ ਪਿਆਰ, ਇਤਫਾਕ, ਸਲੂਕ ਦੀਆਂ ਦਾਤਾਂ ਬਖਸ਼ਿਸ਼ ਕਰਨ ਜੀ। ਸੰਸਾਰ ਦੇ ਭਲੇ ਵਾਸਤੇ, ਆਂਢ ਗੁਆਂਢ ਦੇ ਭਲੇ ਵਾਸਤੇ, ਆਪਣੇ ਭਲੇ ਵਾਸਤੇ, ਪਰਿਵਾਰ ਦੇ ਭਲੇ ਵਾਸਤੇ ਅਰਦਾਸ ਕਰਦਿਆਂ ਹੋਇਆਂ ਸਾਰੀ ਸੰਗਤ ਉਚਾਰਨ ਕਰੋ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਰਸਨਾ ਪਵਿੱਤਰ ਕਰੋ, ਉਚਾਰਨ ਕਰੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਸ ਮਾਲਕ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਵੇ ਜੀ। ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ, ਨੰਗਾ ਦੋਜਕ ਚਾਲਿਆ, ਤਾਂ ਦਿਸਹਿ ਖਰਾ ਡਰਾਵਣਾ। ਕਰ ਔਗਣ ਪਛੋਤਾਵਣਾ, ਕਰ ਔਗਣ ਪਛੋਤਾਵਣਾ। ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਦੇਹੋ ਸੱਜਣਾ ਸੀਸੜੀਆਂ ਜਿਉ ਹੋਵਾ, ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।